ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਸੈਟਰਡੇ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁਕੀਗਿੱਲ ਜੀ ਨਾਲ ਲੈ ਕੇ ਹਾਜ਼ਰ ਹਾਂ। ਗੱਲ ਕਰਾਂਗੇ ਅੰਤਰਰਾਸ਼ਟਰੀ ਪੱਧਰ ਦੀ, ਕੌਮਾਂਤਰੀ ਲੈਵਲ ਦੀ ਤੇ ਸੂਬਾ ਪੱਧਰ ਦੀ। ਸਭ ਤੋਂ ਪਹਿਲਾਂ ਮੈਂ ਰਣਜੀਤ ਸਿੰਘ ਸਰ ਨੂੰ ਸ਼ਾਮਿਲ ਕਰਦੀ ਹਾਂ ਔਰ ਫਿਰ ਸ਼ੁਰੂ ਕਰਾਂਗੇ ਮਸਲਿਆਂ ਤੇ ਚਰਚਾ। ਸਰ ਤੁਹਾਡਾ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨਵੀਰ, ਗੁੱਡ ਟੂ ਬੀ ਵਿਦ ਯੂ। ਸਰ ਅਗਰ ਆਪਾਂ ਆਪਣੇ ਇੰਡੀਆ ਪੱਧਰ ਦੇ ਮਸਲੇ ਦੇਖੀਏ ਤਾਂ ਦੋ ਮੈਟਰ ਨੇ ਜਿਨ੍ਹਾਂ ਤੇ ਮੈਂ ਚਾਹਾਂਗੀ ਤੁਸੀਂ ਪਲੀਜ਼ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ। ਸਭ ਤੋਂ ਪਹਿਲਾਂ ਤਾਂ ਹੈ ਕਿ ਸੁਪਰੀਮ ਕੋਰਟ ਵੱਲੋਂ ਇਲੈਕਸ਼ਨ ਕਮਿਸ਼ਨ ਐਂਡ ਇਲੈਕਸ਼ਨ ਕਮਿਸ਼ਨਰ ਐਂਡ ਚੀਫ ਇਲੈਕਸ਼ਨ ਜਿਹੜਾ ਇਲੈਕਸ਼ਨ ਕਮਿਸ਼ਨਰ ਆ ਉਹਦੀ ਨਿਯੁਕਤੀ ਦੇ ਲਈ ਇੱਕ ਕੋਲੀਜੀਅਮ ਸਿਸਟਮ ਆਪਾਂ ਕਹਿ ਸਕਦੇ ਹਾਂ ਸੈਟਅਪ ਕੀਤਾ ਗਿਆ ਹੈ, ਜਿਹਦੇ ਵਿੱਚ ਪ੍ਰਧਾਨ ਮੰਤਰੀ, ਲੀਡਰ ਆਫ ਆਪੋਜੀਸ਼ਨ ਐਂਡ ਚੀਫ ਜਸਟਿਸ ਆਫ ਇੰਡੀਆ ਵੀ ਇੱਕ ਬਹੁਤ ਵੱਡਾ ਬਦਲਾਅ ਹੈ ਜੀ। ਪਹਿਲਾਂ ਚੀਫ ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਇਸ ਢੰਗ ਨਾਲ ਨਹੀਂ ਸੀ ਹੁੰਦੀ। ਇੱਕ ਤਰ੍ਹਾਂ ਦੇ ਨਾਲ ਜੋ ਸੱਤਾਧਾਰੀ ਧਿਰ ਸੀ ਉਹੀ ਹਾਵੀ ਹੁੰਦੀ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕੀ ਰੈਵੋਲੂਸ਼ਨਰੀ ਮੰਨਿਆ ਜਾ ਸਕਦਾ? ਕੀ ਇਹਦੇ ਨਾਲ ਬਦਲਾਅ ਆਏਗਾ ਕੋਈ? ਜਿਹੜੀ ਇਹ ਨਾ ਆਇਆ ਹੈਗਾ ਕਨਸਟੀਟਿਊਸ਼ਨਲ ਬੈਂਚ ਦਾ ਡਿਸੀਜਨ ਆਇਆ ਹੈਗਾ ਕੋਈ ਕਾਫੀ ਚਿਰ ਤੋਂ ਇਹਦੇ 'ਚ ਪੈਂਡਿੰਗ ਸੀਗਾ ਕਿ ਕਿਸ ਤਰ੍ਹਾਂ ਜਿਹੜੀ ਅਪਾਇੰਟਮੈਂਟਸ ਹੋ ਰਹੀਆਂ ਨੇ ਇਲੈਕਸ਼ਨ ਕਮਿਸ਼ਨਰਸ ਦੀਆਂ, ਉਹਦੇ ਤੇ ਜਿਹੜੀ ਸੀਗੀ ਟਰਾਂਸਪੇਰੈਂਸੀ ਨਹੀਂ ਸੀਗੀ ਤੇ ਉਹ ਇੱਕ ਅਪੇਕ ਪ੍ਰੋਸੈਸ ਸੀਗਾ। ਕਿਉਂਕਿ ਇਲੈਕਸ਼ਨ ਕਮਿਸ਼ਨਰ ਦਾ ਜਿਹੜਾ ਆਫਿਸ ਹੈਗਾ 1950s ਦੇ ਵਿੱਚ ਹੋਂਦ ਆਇਆ ਇੰਡੀਆ ਦੇ ਵਿੱਚ। ਪਹਿਲੇ ਜਦੋਂ ਕਨਸਟੀਟਿਊਸ਼ਨ ਲਿਖਿਆ ਗਿਆ ਉਦੋਂ ਇਹਦੇ ਬਾਰੇ ਕੋਈ ਵੀ ਕਿਸੇ ਤਰ੍ਹਾਂ ਦੀ ਬਣਾਈ ਨਹੀਂ ਸੀ ਗਈ ਕੋਈ ਵੀ ਹੋਂਦ। ਸੋ 1950s ਤੋਂ ਪਹਿਲੇ ਇੱਕ ਕਮਿਸ਼ਨਰ ਹੁੰਦਾ ਸੀਗਾ ਤੇ ਇਹ ਲੌਂਗ ਟਾਈਮ ਇਹ ਟ੍ਰੈਂਡ ਚੱਲਦੀ ਰਹੀ ਹੈਗੀ ਆ। ਫਿਰ ਆ ਕੇ ਅਲਟੀਮੇਟਲੀ ਜਦੋਂ TN ਸੈਸ਼ਨ ਦਾ ਦੌਰ ਸੀਗਾ, ਜਦੋਂ ਉਹ ਚੀਫ ਇਲੈਕਸ਼ਨ ਕਮਿਸ਼ਨਰ ਸੀਗੇ, ਉਸ ਟਾਈਮ ਤੇ ਫਿਰ ਦੋ ਹੋਰ ਇਲੈਕਸ਼ਨ ਕਮਿਸ਼ਨਰ ਲਾਏ ਗਏ ਸੀਗੇ। ਇਸ ਬਾਰੇ ਜਿਹੜੀ ਹੁਣ ਲਾਸਟ ਵੀ ਇੱਕ ਅਪਾਇੰਟਮੈਂਟ ਹੋਈ ਹੈਗੀ ਆ ਜਿਹੜੀ ਕਿ ਪੋਸਟ ਵੇਕੈਂਟ ਪਈ ਸੀ ਕਿੰਨੇ ਮਹੀਨਿਆਂ ਦੀ, ਤੇ ਫਿਰ ਰਾਤੋਂ ਰਾਤ ਜਿਹੜਾ ਕਿ ਇੱਕ ਆਫੀਸਰ ਜਦੋਂ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਤੋਂ ਰਿਟਾਇਰ ਹੋਇਆ ਤਾਂ ਉਹਨੂੰ ਇਮੀਡੀਏਟਲੀ ਇਹਨਾਂ ਨੇ ਵਿਦਿਨ 24 ਆਵਰਸ, ਕਿਉਂਕਿ ਇਹ ਸਾਰਾ ਕੰਟਰੋਲ ਇੰਡੀਅਨ ਗਵਰਨਮੈਂਟ ਕੋਲੇ ਸੀਗਾ, ਤੇ ਉਹਨਾਂ ਨੇ ਉਸ ਦੀ ਅਪਾਇੰਟਮੈਂਟ ਕੀਤੀ। ਤਾਂ ਉਦੋਂ ਕਈ ਵਾਰੀ ਇਹ ਆਈਬ੍ਰੋਸ ਉੱਠੇ ਸੀਗੇ ਕਿ ਇਹ ਪ੍ਰੋਸੈਸ ਠੀਕ ਚੱਲ ਰਿਹਾ, ਕਿ ਇਹ ਜਿਹੜੀ ਅਪੇਕਨੈਸ ਹੈਗੀ ਆ ਇਹਨੂੰ ਕਿਉਂ ਨਹੀਂ ਟਰਾਂਸਪੇਰੈਂਟ ਕਰਨਾ ਚਾਹੀਦਾ। ਇਸ ਬਾਰੇ ਸੈਵਰਲ ਪਟੀਸ਼ਨਸ ਲੱਗੀਆਂ ਹੋਈਆਂ ਸੀਗੀਆਂ। ਕਿਉਂਕਿ ਹੁਣ ਜਦੋਂ ਗੁਜਰਾਤ ਦੀ ਵੀ ਇਲੈਕਸ਼ਨ ਹੋਈ ਆ ਤੇ ਉਹਦੀਆਂ ਡੇਟਸ ਨੂੰ ਲੈ ਕੇ ਵੀ ਕਿਉਂ ਨਹੀਂ ਹਿਮਾਚਲ ਤੇ ਗੁਜਰਾਤ ਦੀ ਇਕੱਠੀ ਚੋਣ ਕਰਾਈ ਗਈ, ਪਰ ਉਹਦੇ ਵਿੱਚ ਸਰਟਨ ਉਹਨਾਂ ਨੇ ਇਹ ਪ੍ਰੋਵੀਜ਼ਨਸ ਦਿੱਤੀਆਂ ਸੀ ਕਿ ਜਿਹਦੇ ਨਾਲ ਜਿਹੜਾ ਗਵਰਨਮੈਂਟ ਦਾ ਪੱਖ ਆ ਉਹਨੂੰ ਮਤਲਬ ਕਿ ਫੇਵਰ ਕੀਤੀ ਗਈ ਸੀ ਤੇ ਉਹਨਾਂ ਦੀ ਹੀ ਸਕੈਜੂਅਲ ਦੇ ਮੁਤਾਬਕ ਗੁਜਰਾਤ ਵਿੱਚ ਇਲੈਕਸ਼ਨਸ ਕਰਾਈਆਂ ਗਈਆਂ ਸੀ। ਹੁਣ ਜਦੋਂ ਕਨਸਟੀਟਿਊਸ਼ਨਲ ਬੈਂਚ ਸੀਗਾ 5 ਜੱਜਸ ਦਾ ਬੈਂਚ ਹੈਡਡ ਬਾਈ ਦਾ ਚੀਫ ਜਸਟਿਸ ਆਫ ਇੰਡੀਆ, ਉਹਨਾਂ ਨੇ ਜਿਹੜੀ ਦਿੱਤੀ ਹੈਗੀ ਆਪਣੀ ਰੂਲਿੰਗ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਲੈਕਸ਼ਨ ਕਮਿਸ਼ਨਰ ਦੀ ਅਪਾਇੰਟਮੈਂਟ ਦਾ ਪ੍ਰੋਸੀਜਰ ਆ ਇਹਦੇ ਵਿੱਚ ਜਿਹੜਾ ਹੈਗਾ ਹੈਡਡ ਬਾਈ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ, ਦੈਨ ਲੀਡਰ ਆਫ ਦਾ ਆਪੋਜੀਸ਼ਨ ਤੇ ਥਰਡਲੀ ਹੈਗਾ ਚੀਫ ਜਸਟਿਸ ਆਫ ਇੰਡੀਆ। ਇਹਨਾਂ ਦਾ ਪੈਨਲ ਜਿਹੜਾ ਹੈਗਾ ਇਹ ਡਿਸਾਈਡ ਕਰੂਗਾ ਕਿ ਕਿਹਨੇ ਇਲੈਕਸ਼ਨ ਕਮਿਸ਼ਨਰ ਬਣਨਾ। ਪਰ ਇਹਦੀ ਜਿਹੜੀ ਦੂਜੀ ਇੰਪਲੀਕੇਸ਼ਨਸ ਹੈਗੀਆਂ ਨੇ ਕਿ ਹੁਣ ਕੀ ਜਿਹੜੇ ਇੰਡੀਆ ਦੇ ਇਸ ਤਰ੍ਹਾਂ ਦੇ ਲਾਜ਼ ਨੇ ਕਿ ਕੀ ਇਹ ਸਿਰਫ ਸੁਪਰੀਮ ਕੋਰਟ ਬਣਾ ਸਕਦੀ ਆ ਕਿ ਇਹਦੇ ਤੇ ਅਲਟੀਮੇਟ ਜਿਹੜੀ ਪਾਵਰ ਆ ਉਹ ਇੰਡੀਅਨ ਪਾਰਲੀਮੈਂਟ ਕੋਲੇ ਆ। ਸੋ ਇਹ ਇਸ਼ੂ ਇੱਥੇ ਹੀ ਖਤਮ ਹੋਣ ਵਾਲਾ ਨਹੀਂਗਾ, ਇਹ ਜ਼ਰੂਰ ਇੰਡੀਅਨ ਪਾਰਲੀਮੈਂਟ ਦੇ ਵਿੱਚ ਇੰਡੀਅਨ ਗਵਰਨਮੈਂਟ ਵੱਲੋਂ ਵਿਚਾਰਿਆ ਜਾਊਗਾ, ਤਾਂ ਹੀ ਇਹ ਪੂਰੀ ਪ੍ਰਕਿਰਿਆ ਮੁਕੰਮਲ ਹੋਊਗੀ। ਕਿਉਂਕਿ ਕੱਲਾ ਮਤਲਬ ਕਿ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨਲ ਬੈਂਚ ਵੱਲੋਂ ਕਹਿ ਦੇਣਾ ਨੋ ਡਾਊਟ ਕਿ ਬਹੁਤ ਅਹਿਮੀਅਤ ਰੱਖਦਾ, ਪਰ ਇਹਦੇ ਵਿੱਚ ਜਿਹੜਾ ਹੈਗਾ ਗਵਰਨਮੈਂਟ ਦੀ ਇਨਵੋਲਵਮੈਂਟ, ਕੋਈ ਵੀ ਜਿਹੜਾ ਫਾਈਨਲ ਡਿਸੀਜ਼ਨ ਬਣਨਾ ਉਹਦੇ ਵਿੱਚ ਉਹ ਇੰਡੀਅਨ ਪਾਰਲੀਮੈਂਟ ਤੇ ਅਲਟੀਮੇਟਲੀ ਇੰਡੀਅਨ ਗਵਰਨਮੈਂਟ ਦੀ ਉਹਦੇ ਵਿੱਚ ਸੇ ਚਾਹੀਦੀ ਆ। ਜਦੋਂ ਕੋਈ ਸਿਸਟਮ ਇਹਨਾਂ ਨੇ ਅਡਾਪਟ ਕਰਨਾ ਜਿਹਦੇ ਰਾਹੀਂ ਇਲੈਕਸ਼ਨ ਕਮਿਸ਼ਨਰਸ ਲੱਗਣੇ ਨੇ, ਕਿਉਂਕਿ ਇਹਦੇ ਵਿੱਚ 2 ਇਲੈਕਸ਼ਨ ਕਮਿਸ਼ਨਰਸ ਹੁੰਦੇ ਨੇ, ਤੀਜਾ ਜਿਹੜਾ ਹੁੰਦਾ ਐਮ ਜਿਹੜਾ ਚੀਫ ਹੁੰਦਾ ਉਹ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਜਿਹੜਾ ਕਿ ਹੈਡ ਕਰਦਾ ਇਸ ਬੋਡੀ। ਕਿਉਂਕਿ ਇੰਡੀਆ ਇੱਕ ਵਾਸਟ ਡੈਮੋਕ੍ਰੇਸੀ ਹੈਗੀ, ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਆ। ਇਹਦੇ ਚ ਜਿਹੜਾ ਗਿਣਤੀ ਹੈਗੀ ਵੋਟਰਸ ਦੀ
ਉਹ ਵੀ ਕਾਫੀ ਜ਼ਿਆਦਾ ਹੈਗੀ, 100 ਮਿਲੀਅਨ ਦੇ ਕਰੀਬ ਇਹਦਾ ਨੰਬਰ ਬਣ ਜਾਂਦਾ ਹੈਗਾ, 80 ਮਿਲੀਅਨ ਸਮਥਿੰਗ ਵੋਟਰਸ ਦਾ ਨੰਬਰ ਬਣਦਾ। ਸੋ ਇਸ ਕਰਕੇ ਇਸ ਪ੍ਰਕਿਰਿਆ ਨੂੰ ਪੂਰੀ ਮੁਕੰਮਲਤਾ ਨਾਲ ਟਰਾਂਸਪੇਰੈਂਟ ਵੇ ਨਾਲ ਚਲਾਉਣਾ ਇੱਕ ਬਹੁਤ ਹਰਕੂਲੀਅਨ ਟਾਸਕ ਹੈਗੀ ਹੈ ਇਹ। ਤੋ ਇਸ ਕਰਕੇ ਹੁਣ ਇਹਦੀ ਫਾਈਨਲ ਉਹਦਾ ਜੱਜਮੈਂਟ ਤਾਂ ਆ ਗਈ ਹੋਈ ਹੈ ਸੁਪਰੀਮ ਕੋਰਟ ਤੋਂ, ਪਰ ਕੀ ਇਹਨੂੰ ਗਵਰਨਮੈਂਟ ਚੈਲੰਜ ਕਰੂਗੀ ਕਿ ਜਾਂ ਐ ਸੱਚ ਹੀ ਇਸ ਨੂੰ ਮੰਨ ਲੂਗੀ ਜਾਂ ਕੋਈ ਫਰਦਰ ਅਮੈਂਡਮੈਂਟਸ ਕੀਤੀਆਂ ਜਾਣਗੀਆਂ। ਜੀ, ਇਹਦੇ ਵਿੱਚ ਵੀ ਇੱਕ ਜੋ ਸੁਪਰੀਮ ਕੋਰਟ ਵੱਲੋਂ ਵੀ ਕਿਹਾ ਗਿਆ ਹੈ ਕਿ ਜਿੰਨੀ ਦੇਰ ਤੱਕ ਕੋਈ ਕਾਨੂੰਨ ਪਾਰਲੀਮੈਂਟ ਨਹੀਂ ਲੈ ਕੇ ਆਉਂਦੀ, ਸੋ ਇਹ ਵੀ ਹੋ ਸਕਦਾ ਕਿ ਕੋਈ ਕਾਨੂੰਨ ਹੀ ਸਾਡਾ ਪਾਰਲੀਮੈਂਟ ਲੈ ਆਵੇ ਇਸ ਜਜਮੈਂਟ ਨੂੰ ਕਿਸੇ ਤਰ੍ਹਾਂ ਨਾਲ ਆਪਣੇ ਫੇਵਰ ਦੇ ਵਿੱਚ ਕਰਨ ਦੇ ਲਈ। ਇੱਕ ਪੁਰਾਣੇ ਇਲੈਕਸ਼ਨ ਕਮਿਸ਼ਨਰ ਸੀਗੇ, ਉਹਨਾਂ ਦਾ ਬਿਆਨ, ਇੱਕ ਮੈਂ ਸਟੇਟਮੈਂਟ ਪੜ੍ਹ ਰਹੀ ਸੀ, ਉਹ ਕਹਿੰਦੇ ਕਿ ਅਗਰ ਮੇਰੇ ਸਮੇਂ ਤੇ ਇਹ ਵਾਲੀ ਅਮੈਂਡਮੈਂਟ ਹੋਈ ਹੁੰਦੀ ਤਾਂ ਸ਼ਾਇਦ ਮੈਂ ਆਪਣੀ ਡਿਊਟੀ ਨੂੰ ਹੋਰ ਵੀ ਵਧੀਆ ਤਰ੍ਹਾਂ ਨਿਭਾ ਸਕਦਾ ਔਰ ਮੈਨੂੰ ਹੋਰ ਸਟਰੈਂਥ ਜਿਹੜੀ ਸੀ ਮਿਲਣੀ ਸੀ ਇਹਦੇ ਨਾਲ। ਸੋ ਉਹ ਕਿਉਂਕਿ ਨਾ ਮਨਵੀਰ, ਜਦੋਂ 2019 ਦੀ ਜਨਰਲ ਇਲੈਕਸ਼ਨ ਹੋਈ ਸੀ ਤਾਂ ਇੱਕ ਇਲੈਕਸ਼ਨ ਕਮਿਸ਼ਨਰ ਨੇ ਆਪਣੀ ਡਿਊਟੀਜ਼ ਦੇ ਤਹਿਤ ਉਹਨਾਂ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਕੋਈ ਕੁਐਸਚਨਸ ਉਠਾਏ ਸੀ ਤੇ ਉਹਨਾਂ ਨੂੰ ਵਾਇਲੇਸ਼ਨ ਦਾ ਦੋਸ਼ ਲਾਇਆ ਸੀ। ਪਰ ਜਦੋਂ ਹੀ ਉਹਨੇ ਇਹ ਦੋਸ਼ ਲਾਇਆ ਤੇ ਉਹਨਾਂ ਦੀ ਵਾਇਲੇਸ਼ਨ ਦੀ ਰਿਪੋਰਟ ਉਹਨੇ ਦਰਜ ਕੀਤੀ ਤਾਂ ਵਿਦਨ ਉਹਨੂੰ ਇੰਨਾ ਮਜਬੂਰ ਕਰਤਾ ਸੀਗਾ ਗਵਰਨਮੈਂਟ ਨੇ ਕਿ ਅਲਟੀਮੇਟਲੀ ਉਹਨੂੰ ਉਹ ਜੌਬ ਛੱਡਣੀ ਪਈ ਸੀ। ਸੋ ਇਸ ਕਰਕੇ ਇਲੈਕਸ਼ਨ ਕਮਿਸ਼ਨਰ ਦਾ ਕਾਫੀ ਚਿਰ ਤੋਂ ਗਵਰਨਮੈਂਟ ਨਾਲ ਜਿਹੜਾ ਵੀ ਕੋਈ ਇੰਡੀਪੈਂਡੈਂਟ ਹੋਣਾ ਚਾਹਿਆ ਉਹਦਾ ਕਿਤੇ ਨਾ ਕਿਤੇ ਕਨਫਲਿਕਟ ਜ਼ਰੂਰ ਅਰਾਈਜ਼ ਹੋਇਆ ਵਿਦ ਦਾ ਰੂਲਿੰਗ ਐਲੀਟ। ਕਿਉਂਕਿ ਹੁਣ ਵੀ ਕੱਲ ਜਿਹੜੇ ਸੀਗੇ ਚੀਫ ਜਸਟਿਸ ਆਫ ਇੰਡੀਆ ਇੱਕ ਅਮਰੀਕਨ ਬਾਰ ਐਸੋਸੀਏਸ਼ਨ ਦੇ ਫੰਕਸ਼ਨ ਦੇ ਵਿੱਚ ਉਹ ਬੋਲ ਰਹੇ ਸੀਗੇ, ਉੱਥੇ ਉਹਨਾਂ ਨੇ ਬੜੀ ਇੰਪੋਰਟੈਂਟ ਟਿੱਪਣੀ ਕੀਤੀ ਆ ਕਿ ਇੰਡੀਆ ਦੇ ਵਿੱਚ ਜਿਹੜਾ ਪ੍ਰੈਜ਼ੈਂਟਲੀ ਸਿਸਟਮ ਚੱਲ ਰਿਹਾ ਤੇ ਜਿਸ ਤਰ੍ਹਾਂ ਦਾ এনवायरमेंट ਹੈ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਤੇ ਇੱਕ ਜਰਨਲ ਸਫੇਅਰ ਦੇ ਵਿੱਚ, ਉਹਦੇ ਵਿੱਚ ਜਿਹੜਾ ਹੈਗਾ ਟਰੂਥ has become a victim, ਇੱਕ ਕੈਜ਼ੁਅਲਟੀ ਬਣ ਗਿਆ ਹੈਗਾ ਸੱਚ ਜਿਹੜਾ ਹੈਗਾ। ਤੇ ਇਹ ਸੱਚ ਦੀ ਪ੍ਰਕਿਰਿਆ ਨੂੰ ਰੱਖਣਾ ਬਰਕਰਾਰ, ਉਹਦੇ ਲਈ ਈਵਨ ਜੱਜਿਸ ਵੀ ਜਿਹੜੇ ਸੁਪਰੀਮ ਕੋਰਟ ਦੇ ਆ ਉਹਨਾਂ ਨੂੰ ਵੀ ਟਰੋਲ ਕੀਤਾ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦਾ ਜਿਹੜਾ এনवायरमेंट ਹੈ ਇੰਡੀਆ ਦੇ ਵਿੱਚ, ਉੱਥੇ ਇੱਕ ਸਚਾਈ ਨੂੰ ਬਰਕਰਾਰ ਰੱਖਣਾ ਇੱਕ ਬੜਾ ਹੀ ਮੁਸ਼ਕਲ ਪ੍ਰਕਿਰਿਆ ਬਣ ਗਈ ਹੋਈ ਆ। ਇਹ ਜਿਹੜੇ ਟਿੱਪਣੀ ਹੈਗੀ ਹੈ ਚੀਫ ਜਸਟਿਸ ਆਫ ਇੰਡੀਆ ਨੇ ਕੱਲ ਕਿਸੇ ਫੰਕਸ਼ਨ ਦੇ ਵਿੱਚ ਉਠਾਈ ਹੈਗੀ। ਉਹਨਾਂ ਨੇ ਕਿਹਾ ਕਿ ਲੈਵਲ ਆਫ ਟੋਲਰੈਂਸ ਤੇ ਜਿਹੜਾ ਲੈਵਲ ਆਫ ਪੇਸ਼ੈਂਸ ਹੈਗਾ ਉਹ ਕਿਤੇ ਨਾ ਕਿਤੇ ਸ਼ਰਿੰਕ ਕਰ ਰਿਹਾ ਤੇ ਅਲਟੀਮੇਟਲੀ ਇੱਕ ਕਲੈਪਸਿੰਗ ਸਿਚੁਏਸ਼ਨ ਦੇ ਵੱਲ ਵੱਧ ਰਿਹਾ ਹੈਗਾ। ਨਾਰਥਰਨ ਈਸਟਰਨ ਸਟੇਟਸ ਜਿਹੜੀਆਂ 7 ਸਿਸਟਰ ਸਟੇਟਸ ਕਹੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ 10 ਸਾਲ ਪਹਿਲਾਂ ਤੱਕ ਬੀਜੇਪੀ ਪਾਰਟੀ ਦਾ ਕੋਈ ਵੀ ਹੋਲਡ ਨਹੀਂ ਸੀ। ਪਰ ਅੱਜ ਜਿਹੜੀਆਂ ਚੋਣਾਂ ਦੇ ਨਤੀਜੇ ਬੀਤੇ ਕੁਝ ਦਿਨ ਪਹਿਲਾਂ ਆਏ ਨੇ, ਉਹਦੇ ਵਿੱਚ ਐਵੇਂ ਲੱਗਦਾ ਹੈ ਕਿ ਬੀਜੇਪੀ ਉੱਥੇ ਇੱਕ ਆਪਣਾ ਬਹੁਤ ਸਟਰੋਂਗ ਵੋਟਰ ਬੇਸ ਨਹੀਂ ਤਾਂ ਆਪਣੀ ਇੱਕ ਸਟਰੋਂਗ ਪ੍ਰੈਜ਼ੈਂਸ ਨੂੰ ਬਾਖੂਬੀ ਦੇਸ਼ ਦੇ ਅੱਗੇ ਰੱਖ ਪਾਉਣ ਦੇ ਵਿੱਚ ਕਾਮਯਾਬ ਹੋਈ ਹੈ। ਬਹੁਤ ਵੱਡਾ ਸ਼ਿਫਟ ਹੈ ਸਰ ਉਹਨਾਂ ਨਾਰਥਰਨ ਈਸਟਰਨ ਸਟੇਟਸ ਦੇ ਵਿੱਚ, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ ਔਰ ਇਸ ਤੋਂ ਇਲਾਵਾ ਜਿਹੜੇ ਅਰੁਣਾਚਲ ਪ੍ਰਦੇਸ਼ ਵਰਗੇ ਸੂਬੇ, ਉੱਥੇ ਪਹਿਲਾਂ ਹੀ 2019 ਦੀਆਂ ਚੋਣਾਂ ਦੇ ਵਿੱਚ ਹੀ ਬੀਜੇਪੀ ਸੱਤਾ ਦੇ ਵਿੱਚ ਆ ਗਈ ਸੀ, ਚਾਹੇ ਪਾਰਟਨਰਸ਼ਿਪ ਦੇ ਵਿੱਚ ਕੋਆਲੀਸ਼ਨ ਕਰਕੇ, ਚਾਹੇ ਇੰਡੀਪੈਂਡੈਂਟ ਤੌਰ ਦੇ ਉੱਤੇ। ਉਹਨਾਂ ਸੂਬਿਆਂ ਦੇ ਵਿੱਚ ਵੀ ਇਨਸਰਜੈਂਸੀ ਰਹੀ ਹੈ ਸਰ। ਉਹਨਾਂ ਸੂਬਿਆਂ ਦੇ ਵਿੱਚ ਵੀ ਆਪਣੀ ਐਥਨੀਸਿਟੀ ਨੂੰ ਲੈ ਕੇ, ਆਪਣੀ ਆਈਡੈਂਟਿਟੀ ਨੂੰ ਲੈ ਕੇ, ਟਰਾਈਬਲ ਇਸ਼ੂਜ਼ ਨੂੰ ਲੈ ਕੇ ਬਹੁਤ ਵੱਡੀਆਂ ਮਹਿਮਾਂ ਚੱਲਦੀਆਂ ਰਹੀਆਂ ਨੇ। ਸੋ ਉੱਥੇ ਜਾ ਕੇ ਬੀਜੇਪੀ ਦਾ ਇੱਕ ਆਪਣਾ ਨੈਸ਼ਨਲਿਜ਼ਮ ਦਾ ਏਜੰਡਾ ਲੈ ਕੇ ਜਾਣਾ ਔਰ ਸੈੱਟ ਹੋਣਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ? ਜਿਹੜੇ ਹੁਣ ਇਲੈਕਸ਼ਨਸ ਹੋਈਆਂ ਨਾ ਮੇਘਾਲਿਆ, ਤ੍ਰਿਪੁਰਾ ਤੇ ਨਾਗਾਲੈਂਡ ਦੇ ਵਿੱਚ, ਇੱਥੇ ਜ਼ਰੂਰ ਆ ਕਿ ਜਿਹੜੀ ਬੀਜੇਪੀ ਦੀ ਜਿਹੜੀ ਕੋਲੀਸ਼ਨ ਆ ਉਹਨਾਂ ਦੀ ਜਿੱਤ ਹੋਈ ਆ, ਪਰ ਜਿਹੜੀਆਂ ਮੇਜਰ ਇਹਦੇ ਚ ਪਲੇਅਰ ਨੇ ਉਹ ਸਾਰੀਆਂ ਖੇਤਰੀ ਰੀਜਨਲ ਪਾਰਟੀਆਂ ਨੇ ਜਿਹੜੀਆਂ ਕਿ ਲੰਮੇ ਚਿਰ ਤੋਂ ਉੱਥੇ ਰੂਲ ਕਰ ਰਹੀਆਂ ਨੇ। ਤ੍ਰਿਪੁਰਾ ਦੇ ਵਿੱਚ ਕਾਫੀ ਚਿਰ ਤੋਂ ਲੈਫਟਿਸਟ ਗਵਰਨਮੈਂਟ ਵੀ ਰਹੀ ਆ, ਪਰ ਉਹ ਹੈ ਸਾਰੇ ਉੱਥੋਂ ਦੀਆਂ ਰੀਜਨਲ ਪਾਰਟੀਆਂ ਦੇ ਵਿੱਚ। ਹੁਣ ਵੀ ਜਿਹੜਾ ਬੀਜੇਪੀ ਨੂੰ ਬੂਸਟ ਮਿਲਿਆ ਹੈਗਾ ਨਾਰਥ ਈਸਟਰਨ ਸਟੇਟਸ ਦੇ ਵਿੱਚ, ਉਹਦੇ ਨਾਲ ਠੀਕ ਆ ਕਿ ਇਹਨਾਂ ਦੀ ਜਿਹੜੀ ਕੋਲੀਸ਼ਨ ਆ ਉਹਨੂੰ ਤਿੰਨੇ ਸਟੇਟਸ ਦੇ ਵਿੱਚ ਜਿੱਤ ਪ੍ਰਾਪਤ ਹੋਈ ਆ। ਪਰ ਉੱਥੇ ਜਿਹੜੇ ਹੈਗੇ ਸਟਰੋਂਗ ਰੀਜਨਲ ਕਰੰਟਸ ਚੱਲਦੇ ਹੈਗੇ, ਭਾਵੇਂ ਨਾਗਾਲੈਂਡ ਹੈਗਾ, ਭਾਵੇਂ ਤ੍ਰਿਪੁਰਾ ਤੇ ਭਾਵੇਂ ਮੇਘਾਲਿਆ ਹੈਗਾ, ਕਿਉਂਕਿ ਇਹਨਾਂ ਸਾਰੀਆਂ ਸਟੇਟਸ ਦੇ ਵਿੱਚ
ਜਦ ਤੋਂ ਇੰਡੀਪੈਂਡੈਂਸ ਹੋਈ ਹੈ ਇੰਡੀਆ ਦੀ, ਉੱਥੇ ਲਗਾਤਾਰ ਇਨਸਰਜੈਂਸੀ ਚੱਲ ਰਹੀ ਆ। ਨਾਗਾਲੈਂਡ ਦੇ ਵਿੱਚ ਤਾਂ ਕਰੰਟਲੀ ਵੀ ਟਾਕਸ ਚੱਲ ਰਹੀਆਂ ਹੈਗੀਆਂ ਵਿਦ ਦਾ ਇੰਡੀਅਨ ਗਵਰਨਮੈਂਟ ਟੂ ਫਾਰਮ ਏ ਕੋਈ ਪਰਮਾਨੈਂਟ ਸੋਲੂਸ਼ਨ। ਉਹਨਾਂ ਵੱਲੋਂ ਜਿਹੜਾ ਸੋਲੂਸ਼ਨ ਰੱਖਿਆ ਗਿਆ, ਜਿਹੜਾ ਕਿ ਫਰੇਮਵਰਕ ਅਕੋਰਡ ਇਹਨਾਂ ਦਾ 2015 ਦੇ ਵਿੱਚ ਨਾਗਾਲੈਂਡ ਦੇ ਉੱਥੋਂ ਦੇ ਜਿਹੜੀ ਮੇਨ ਰੈਬਲ ਪਾਰਟੀ ਆ ਉਹਨਾਂ ਦਾ ਤੇ 7 ਜਿਹੜੀਆਂ ਹੋਰ ਉਹਨਾਂ ਨੇ ਰੈਬਲ ਗਰੁੱਪਸ ਨੇ ਤੇ ਪੋਲੀਟੀਕਲ ਪਾਰਟੀਆਂ ਨੇ, ਉਹ ਸਾਰੀਆਂ ਇੱਕ ਸਾਂਝੇ ਪਲੇਟਫਾਰਮ ਦੇ ਰਾਹੀਂ ਇੰਡੀਅਨ ਗਵਰਨਮੈਂਟ ਨਾਲ 1997 ਤੋਂ ਉਹਨਾਂ ਦੀ ਗੱਲਬਾਤ ਚੱਲ, ਉਹੀ ਜਿਹੜੀ ਪਾਰਟੀ ਆ ਨੈਸ਼ਨਲ ਪੋਲੀਟੀਕਲ ਪਾਰਟੀ, ਉਹੀ ਹੁਣ ਇਨ ਕੋਲੀਸ਼ਨ ਵਿਦ ਦਾ ਭਾਰਤੀ ਜਨਤਾ ਪਾਰਟੀ ਹੁਣ ਪਾਵਰ ਚ ਆਈ ਆ। ਤੇ ਉਹਨਾਂ ਦੀ ਜਿਹੜੀ ਮੇਨ ਡਿਮਾਂਡ ਹੈਗੀ ਆ ਕਿ ਵੀ ਡੋਂਟ ਵਾਂਟ ਟੂ ਲਿਵ ਵਿਦ ਇੰਡੀਆ ਬਟ ਵੀ ਡੋਂਟ ਵਾਂਟ ਟੂ ਅਪਾਰਟ ਫਰੋਮ ਇੰਡੀਆ। ਅਸੀਂ ਵੱਖ ਵੀ ਨਹੀਂ ਹੋਣਾ ਚਾਹੁੰਦੇ, ਪਰ ਅਸੀਂ ਆਪਣੀ ਖੁਦ ਮੁਖਤਿਆਰੀ ਦੇ ਨਾਲ ਇੱਥੇ ਸੱਤਾ ਵਿੱਚ ਰਹਿਣਾ ਚਾਹੁੰਦੇ ਹਾਂ ਨਾਗਾਲੈਂਡ ਦੇ ਵਿੱਚ, ਜਿਹਦੇ ਚ ਨਾਗਾਲੈਂਡ ਲੋਕਾਂ ਦੀ ਜਿਹੜੀਆਂ ਪੋਲੀਟੀਕਲ ਐਸਪੀਰੇਸ਼ਨਸ ਨੇ ਕਿ ਸਾਡਾ ਆਪਣਾ ਸੰਵਿਧਾਨ ਹੋਵੇ ਤੇ ਸਾਡਾ ਆਪਣਾ ਫਲੈਗ ਹੋਵੇ ਤੇ ਜਿਹੜੀ ਸਾਡੀ ਨਾਗਾ ਆਰਮੀ ਆ ਉਹਦਾ ਇੱਕ ਪ੍ਰੋਪਰ ਮਤਲਬ ਕਿ ਪਲੇਸਮੈਂਟ ਹੋਵੇ ਇੰਡੀਅਨ ਆਰਮੀ ਦੇ ਬਰਾਬਰ। ਇਸੇ ਤਰ੍ਹਾਂ ਉਹਨਾਂ ਦੀ ਕਰੰਸੀ ਦੇ ਇਸ਼ੂ ਨੇ, ਇਸੇ ਤਰ੍ਹਾਂ ਉਹਨਾਂ ਦੇ ਇੰਡੀਪੈਂਡੈਂਟ ਟ੍ਰੇਡ ਦੇ ਇਸ਼ੂਜ਼ ਨੇ, ਜਿਹਦੇ ਬਾਰੇ ਇੰਡੀਅਨ ਗਵਰਨਮੈਂਟ ਦੇ ਨਾਲ ਹੋਮ ਮਿਨਿਸਟਰੀ ਨਾਲ ਉਹਨਾਂ ਦੀ ਗੱਲਬਾਤ ਹਜੇ ਵੀ ਚੱਲ ਰਹੀ ਆ। ਲੇਕਿਨ ਸਰ ਬੀਜੇਪੀ ਵਰਗੀ ਪਾਰਟੀ ਜਿਹੜੀ ਕੇਂਦਰੀਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਜਿਹੜੀਆਂ ਰਾਈਟ ਵਿੰਗ ਪਾਲਿਸੀਜ਼ ਨੇ, ਬਹੁਤ ਐਕਸਟ੍ਰੀਮ ਲੈਵਲ ਤੇ ਉਹਨਾਂ ਦੀਆਂ ਪੋਲੀਟੀਕਲ ਵੀ ਐਂਡ ਇਕਨੋਮਿਕਲ ਵੀ ਸਮਾਜਿਕ ਵੀ ਰਾਈਟ ਵਿੰਗ ਤੇ ਚੱਲਦੇ ਨੇ, ਅਲਟਰਾ ਨੈਸ਼ਨਲਿਜ਼ਮ ਦੀ ਪੋਲਿਟਿਕਸ ਕਰਦੇ ਨੇ ਸਰ, ਉਹਨਾਂ ਦੇ ਨਾਲ ਰੀਜਨਲ ਨੈਸ਼ਨਲਿਜ਼ਮ ਸਮਝੌਤਾ ਕਰਕੇ ਸੱਤਾ ਚਾਉਣਾ ਕਿੰਨਾ ਕੁ ਵਾਜਿਬ ਲੱਗਦਾ? ਕਿਤੇ ਐਵੇਂ ਤਾਂ ਨਹੀਂ ਲੱਗਦਾ ਕਿ ਉਹਨਾਂ ਲੋਕਾਂ ਦੇ ਇਮੋਸ਼ਨਸ ਨਾਲ ਵੀ ਇਹੋ ਜਿਹੀਆਂ ਪਾਰਟੀਆਂ ਖੇਡਦੀਆਂ ਨੇ ਜਿਹੜੀਆਂ ਵੋਟਾਂ ਮੰਗਣ ਲੱਗੇ ਐਥਨੀਸਿਟੀ ਨੂੰ ਅੱਗੇ ਰੱਖਦੀਆਂ ਨੇ, ਆਈਡੈਂਟਿਟੀ ਨੂੰ ਅੱਗੇ ਰੱਖ ਕੇ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਐਕਸਪਲੋਇਟ ਕਰਕੇ ਫਿਰ ਜਿਹੜਾ ਗੱਠਜੋੜ ਬਣਾਉਣਾ ਉਹ ਅਲਟਰਾ ਨੈਸ਼ਨਲਿਸਟ ਸਰਕਾਰ ਦੇ ਨਾਲ ਸਰ? ਉਹਨਾਂ ਦੀ ਜਿਹੜੀ ਹੈ ਨਾ 66 ਇਅਰਸ ਤੋਂ ਉੱਥੋਂ ਇਨਸਰਜੈਂਸੀ ਚੱਲ ਰਹੀ ਆ। ਭਾਵੇਂ ਇੰਡੀਅਨ ਦੀ ਉੱਥੇ ਗਵਰਨਮੈਂਟ ਹੈਗੀ ਆ ਨਾਗਾਲੈਂਡ ਦੇ ਵਿੱਚ, ਪਰ ਉਹਦੇ ਪੈਰਲਲ 1980 ਤੋਂ ਉੱਥੇ ਗਵਰਨਮੈਂਟ ਇਨ ਐਗਜ਼ਾਈਲ ਵੀ ਚੱਲ ਰਹੀ ਆ, ਜਿਹੜੀ ਕਿ ਬੇਸਡ ਹੈਗੀ ਬਰਮਾ ਦੇ ਵਿੱਚ। ਤੇ ਉਸ ਗਵਰਨਮੈਂਟ ਇਨ ਐਗਜ਼ਾਈਲ ਦੇ ਪ੍ਰੋਪਰ ਉਹਨਾਂ ਦੇ ਮਿਨਿਸਟਰਸ ਨੇ, ਪ੍ਰੋਪਰ ਉਸ ਗਵਰਨਮੈਂਟ ਦਾ ਹੈਡ ਹੈਗਾ, ਤੇ ਉਹ ਪੈਰਲਲ ਆਪਣਾ ਬਜਟ ਵੀ ਲੈ ਕੇ ਆਉਂਦੇ ਨੇ ਤੇ ਪੈਰਲਲ ਆਪਣੀ ਇੱਕ ਤਰ੍ਹਾਂ ਨਾਲ ਟੋਟਲ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਉਹ ਬਰਾਬਰ ਤੇ ਰੱਖ ਕੇ ਇੰਡੀਅਨ ਗਵਰਨਮੈਂਟ ਦੇ ਜਿਹੜੀ ਤਰਫ ਵਾਲੀ ਉੱਥੇ ਨਾਗਾਲੈਂਡ ਅਸੈਂਬਲੀ ਦੇ ਵਿੱਚ ਲੀਡਰਾਂ ਤੇ ਰੂਲਿੰਗ ਪਾਰਟੀ ਆ, ਉਹਦੇ ਬਰਾਬਰ ਹੀ ਉਹ ਆਪਣੀ ਸੱਤਾ ਨੂੰ ਚਲਾ ਰਹੇ ਨੇ। ਉਹ 1980 ਤੋਂ ਪ੍ਰਕਿਰਿਆ ਚੱਲ ਰਹੀ ਹੈਗੀ ਆ। ਇਸ ਕਰਕੇ ਉੱਥੇ ਬਹੁਤ ਸਟਰੋਂਗ ਅੰਡਰ ਕਰੰਟ ਨੇ ਜਿਹੜੇ ਕਿ ਨਾਗਾਲੈਂਡ ਲੋਕਾਂ ਦੀਆਂ ਐਸਪੀਰੇਸ਼ਨਸ ਦੇ ਨਾਲ ਜੁੜੇ ਹੋਏ ਨੇ। ਜਦੋਂ ਪ੍ਰਾਈਮ ਮਿਨਿਸਟਰ ਨਹਿਰੂ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਜੋ ਉਹਨਾਂ ਨੇ ਆਪਣੇ ਮੈਮੋਆਰਸ ਲਿਖੇ ਸੀਗੇ, ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨਾਲੋਂ ਵੱਡਾ ਜਿਹੜਾ ਇੱਕ ਆਪਣੀ ਜ਼ਿੰਦਗੀ ਦਾ ਪਛਤਾਵੇ ਬਾਰੇ ਲਿਖਿਆ ਸੀਗਾ, ਉਹਨਾਂ ਨੇ ਇਹ ਲਿਖਿਆ ਸੀ ਕਿ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਬਤੌਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਮੈਂ ਨਾਰਥ ਈਸਟਰਨ ਸਟੇਟਸ ਦੇ ਵਿੱਚ ਖਾਸ ਕਰਕੇ ਨਾਗਾਲੈਂਡ, ਮੀਜ਼ੋਰਮ ਤੇ ਹੋਰ ਜਿਹੜੇ ਉੱਥੇ ਰੀਜਨਸ ਹੈਗੇ ਨੇ ਉਹਨਾਂ ਦੇ ਵਿੱਚ ਮੈਂ ਪੀਸ ਨਹੀਂ ਲਿਆ ਸਕਿਆ ਤੇ ਨਾ ਹੀ ਉੱਥੋਂ ਦੇ ਲੋਕਾਂ ਨੂੰ ਮੈਂ ਆਪਣੇ ਇੰਡੀਅਨ ਨੈਰੇਟਿਵ ਦੇ ਵਿੱਚ ਉਹਨਾਂ ਨੂੰ ਨਾਲ ਜੋੜ ਸਕਿਆ ਹੈਗਾ। ਇਹ ਉਹਨਾਂ ਦਾ ਸਾਰਿਆਂ ਨਾਲੋਂ ਵੱਡਾ ਉਹਨਾਂ ਨੇ ਲਿਖਿਆ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਸਾਰਿਆਂ ਨਾਲੋਂ ਵੱਡਾ ਫਿਕਰ ਰਹੂਗਾ ਕਿ ਮੈਂ ਇਸ ਚੀਜ਼ ਨੂੰ ਮੁਕੰਮਲਤਾ ਵੱਲ ਲੈ ਕੇ ਨਹੀਂ ਜਾ ਸਕਿਆ, ਕਿਉਂਕਿ ਇੰਡੀਅਨ ਗਵਰਨਮੈਂਟ ਨੇ ਆਪਣੀ ਸਿਕਿਉਰਿਟੀ ਦੇ ਬਲ ਤੇ ਉੱਥੇ ਬਹੁਤ ਵੱਡੇ ਪੱਧਰ ਤੇ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਨੇ, ਈਵਨ ਮੈਸੈਕਰਸ ਹੋਏ ਨੇ ਉੱਥੇ, ਪਰ ਉਹਨਾਂ ਦੇ ਵੀ ਰੈਬਲ ਫੋਰਸਿਸ ਨੇ ਇਹਨਾਂ ਦਾ ਬਰਾਬਰ ਮੁਕਾਬਲਾ ਕੀਤਾ। ਇੱਥੋਂ ਤੱਕ ਕਿ ਇੰਡੀਅਨ 에ਅਰ ਫੋਰਸ ਦੇ ਉਹਨਾਂ ਨੇ ਪਲੇਨਸ ਵੀ ਹਿੱਟ ਕੀਤੇ ਨੇ। ਸਰ ਅੰਤਰਰਾਸ਼ਟਰੀ ਲੈਵਲ ਵੱਲ ਨੂੰ ਵੀ ਇੱਕ ਖਬਰ ਜੁੜਦੀ ਹੈ ਔਰ ਸਾਡੇ ਨਾਲ ਵੀ ਜੁੜਦੀ ਹੈ, ਉਹ ਹੈ ਕਿ ਅਗਰ ਆਪਾਂ ਕਿਸੇ ਵੀ ਜਗ੍ਹਾ ਤੇ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਮੋਬਾਈਲ ਫੋਨ ਲਿਖਾਇਆ ਜਾਂਦਾ ਹੈ, ਆਧਾਰ ਕਾਰਡ ਦਾ ਨੰਬਰ ਮੰਗਦੇ ਨੇ, ਕੋਈ ਦੁਕਾਨਦਾਰ ਹੋ ਗਿਆ ਕਿਤੇ ਮੋਬਾਈਲ ਫੋਨ ਖਰੀਦਣਾ ਹੈ, ਦੈਨ ਆਲਸੋ ਕੁਝ ਵੀ ਕੰਮ ਕਰਨਾ ਹੈ, ਕਿਸੇ ਵੈਬਸਾਈਟ ਤੇ ਲੌਗਇਨ ਕਰਨਾ ਹੈ, ਦੈਨ ਆਲਸੋ ਫੋਨ ਨੰਬਰ ਐਂਡ ਜਿਹੜਾ ਸਾਡਾ ਪਰਸਨਲ ਡਾਟਾ ਹੈ ਉਹ ਮੰਗਿਆ ਜਾਂਦਾ ਜੀ। ਸਾਨੂੰ ਇੱਕ ਤਰ੍ਹਾਂ ਦਾ ਰਜਿਸਟ ਕਰਨ ਦਾ ਵੀ ਕੋਈ ਆਫਰ ਨਹੀਂ ਦਿੱਤਾ ਜਾਂਦਾ ਕਿ ਅਗਰ ਤੁਸੀਂ ਆਪਣਾ ਫੋਨ ਨੰਬਰ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ, ਔਰ ਉਹੀ ਫੋਨ ਨੰਬਰ, ਉਹੀ ਸਾਡਾ ਪਰਸਨਲ ਡਾਟਾ ਹਰ ਇੱਕ ਲੋਕ, ਹਰ ਆਪਣੇ ਲੋਕਾਂ ਦਾ
ਇਹ ਵੇਚਿਆ ਜਾਂਦਾ ਹੈ। ਡਾਟਾ ਪ੍ਰੋਟੈਕਸ਼ਨ ਇਹਨੂੰ ਕਹਿੰਦੇ ਆ, ਇਹਦੀ ਕੋਈ ਬਹੁਤ ਸਟਰੋਂਗ ਪਾਲਿਸੀ ਦੁਨੀਆ ਭਰ ਦੇ ਵਿੱਚ ਕਿਤੇ ਨਹੀਂ ਹੈਗੀ। ਸਰ 2018 ਔਰ 19 ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ, ਜਦੋਂ ਡੋਨਾਲਡ ਟਰੰਪ ਦੀ ਇਲੈਕਸ਼ਨ ਸੀ। ਕੈਂਬਰਿਜ ਐਨਾਲਿਟਿਕਾ, ਉਹਦੇ ਵਿੱਚ ਕਿਹਾ ਗਿਆ ਸੀ ਉਸ ਸਕੈਮ ਦੇ ਵਿੱਚ ਕਿ ਪਰਸਨਲ ਡਾਟਾ, ਫੇਸਬੁੱਕ ਪ੍ਰੋਫਾਈਲ, ਸੋਸ਼ਲ ਮੀਡੀਆ ਪ੍ਰੋਫਾਈਲਸ ਤੋਂ ਲੋਕਾਂ ਦੀਆਂ ਚੁਆਇਸਿਸ ਨੂੰ ਸਮਝਿਆ ਗਿਆ, ਉਹਨਾਂ ਦੇ ਡਾਟਾ ਨੂੰ ਵਰਤਿਆ ਗਿਆ ਔਰ ਉਹਨਾਂ ਦੀ ਚੁਆਇਸ, ਲੋਕਾਂ ਦੀ ਚੁਆਇਸ ਨੂੰ, ਪੋਲੀਟੀਕਲ ਚੁਆਇਸ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਕਾਮਯਾਬ ਵੀ ਹੋਏ, ਤਾਂ ਕਿ ਇੱਕ ਪਰਟੀਕੂਲਰ ਪਾਰਟੀ ਨੂੰ ਹੀ ਵੋਟ ਪਾਣ ਔਰ ਅਲਟੀਮੇਟਲੀ ਇੱਕ ਪਾਰਟੀ ਜਿਹੜੀ ਹੈ ਜਿੱਤਦੀ ਹੈ। ਸਰ ਵੋਟਾਂ ਦੇ ਲਈ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਵੋਟਰਾਂ ਨੂੰ ਉਹਨਾਂ ਦੇ ਪਰਸਨਲ ਡਾਟਾ, ਉਹਨਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲਸ ਤੋਂ ਉਹਨਾਂ ਦੇ ਮਨ ਨੂੰ ਇੱਕ ਤਰ੍ਹਾਂ ਦੇ ਨਾਲ ਇਨਫਲੂਐਂਸ ਕਰਕੇ ਵੋਟਾਂ ਦੇ ਨਤੀਜਿਆਂ ਦੇ ਫੇਰ ਬਦਲ ਇੱਕ ਬਹੁਤ ਵੱਡੀ ਆਈ ਥਿੰਕ ਇੱਕ ਧੋਖਾ ਹੈ ਜੀ ਲੋਕਾਂ ਦੇ ਨਾਲ ਇਹ। ਪਰ ਇਹ ਆਪਣੇ ਇੰਡੀਆ ਦੇ ਵਿੱਚ ਕੋਈ ਸਟਰੋਂਗ ਲਾਅ ਵੀ ਨਹੀਂ ਹੈ, ਪਰ ਉਹ ਕੈਂਬਰਿਜ ਐਨਾਲਿਟਿਕਾ ਦੇ ਨਾਲ ਜੁੜੀ ਹੋਈ ਅੰਤਰਰਾਸ਼ਟਰੀ ਪੱਧਰ ਦੀ ਇੱਕ ਬਹੁਤ ਵੱਡੀ ਖਬਰ ਹੈ ਜੀ, ਜਿਹੜੀ ਇਜ਼ਰਾਈਲ ਨਾਲ ਵੀ ਕੰਸਰਨ ਕਰਦੀ ਹੈ। ਮੈਂ ਚਾਹੁੰਦੀ ਕਿ ਪੰਜਾਬੀਆਂ ਲਈ ਜ਼ਰੂਰ ਤੁਸੀਂ ਆਪਣੇ ਵਿਚਾਰ, ਜੋ ਤੁਹਾਡੇ ਕੋਲ ਇਹਦੇ ਬਾਰੇ ਇਨਫੋਰਮੇਸ਼ਨ ਆ, ਸਾਡੇ ਨਾਲ ਸਾਂਝੀ ਕਰੋ ਸਰ। ਇਹ ਨਾ ਇੱਕ 2016 ਤੋਂ ਇਹ ਜਿਹੜੀ ਹੈਗੀ ਆਰਗੇਨਾਈਜੇਸ਼ਨ ਇਹ ਹੋਂਦ ਵਿੱਚ ਆਈ ਸੀ। ਉਦੋਂ ਇਹ ਪਬਲਿਕ ਸੀਨ ਤੇ ਆਈ ਸੀ ਜਦੋਂ ਡੋਨਾਲਡ ਟਰੰਪ ਦੀ ਪ੍ਰੈਜ਼ੀਡੈਂਸ਼ੀਅਲ ਕੰਪੇਨ ਚੱਲ ਰਹੀ ਸੀ। ਇਹ ਟੀਮ ਦਾ ਨਾਮ ਹੈਗਾ ਟੀਮ ਜਾਰਜ। ਇਹ ਜਿਹੜੀ ਹੈਗੀ ਹੈ ਇਹਨਾਂ ਦਾ ਜਿਹੜਾ ਸੌਫਟਵੇਅਰ ਸਿਸਟਮ ਹੈਗਾ ਉਹ ਹੈਗਾ ਐਡਵਾਂਸਡ ਇੰਪੈਕਟ ਮੀਡੀਆ ਸੋਲਿਊਸ਼ਨਸ। ਤੇ ਇਹ ਸੌਫਟਵੇਅਰ ਨੂੰ ਜਿਹੜਾ ਹੈਗਾ ਇਹ ਜਿਹੜੀ ਟੀਮ ਜਾਰਜ ਇਹਨੂੰ ਕਿਹਾ ਜਾਂਦਾ ਸ਼ਾਰਟ ਦੇ ਵਿੱਚ, ਇਹ ਹੈਡਡ ਬਾਏ ਹੈਗੀ ਆ ਤਾਲ ਹੈਨਨ। ਉਹ ਇੱਕ ਇਜ਼ਰਾਈਲੀ ਫਾਰਮਰ ਇਜ਼ਰਾਈਲੀ ਸਿਕਿਉਰਿਟੀ ਏਜੰਸੀਜ਼ ਦਾ ਟੌਪ ਲੈਵਲ ਆਪਰੇਟਿਵ ਰਿਹਾ ਹੈਗਾ। ਤੇ ਇਹਨਾਂ ਦੀ ਜਿਹੜੀ ਹੈਗੀ ਆ ਸੌਫਟਵੇਅਰ ਦੀ, ਇਹ ਕਿਸੇ ਨਾ ਕਿਸੇ ਤਰ੍ਹਾਂ ਪੈਗਾਸਸ ਜਿਹੜਾ ਸਪਾਈ ਮਤਲਬ ਕਿ ਸੌਫਟਵੇਅਰ ਆ ਉਹਦੇ ਨਾਲ ਵੀ ਇਹ ਜੁੜਦਾ ਹੈਗਾ। ਤੇ ਇਹ ਜਿਹੜੀ ਟੀਮ ਇਹਨਾਂ ਦੀ ਟੀਮ ਜਾਰਜ ਹੈਗੀ ਆ, ਇਹ ਆਪਣੀਆਂ ਸਰਵਿਸਿਜ਼ ਨੇ ਇਹ ਬਹੁਤੀਆਂ ਕੰਟਰੀਜ਼ ਦੇ ਇੰਟੈਲੀਜੈਂਸ ਏਜੰਸੀਜ਼ ਨੂੰ ਦਿੰਦੇ ਨੇ। ਉੱਥੋਂ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਅੱਡ-ਅੱਡ ਮੁਲਕਾਂ ਦੀਆਂ, ਉਹਨਾਂ ਨੂੰ ਆਪਣੀਆਂ ਸਰਵਿਸਿਜ਼ ਆਫਰ ਕਰਦੇ ਨੇ। ਇਸੇ ਤਰ੍ਹਾਂ ਜਿਹੜੀਆਂ ਵੱਡੇ ਕਾਰਪੋਰੇਟ ਕੰਪਨੀਆਂ ਨੇ ਉਹਨਾਂ ਨੂੰ ਵੀ ਆਪਣੀਆਂ ਸਰਵਿਸਿਜ਼ ਦਿੰਦੇ ਨੇ, ਤਾਂ ਕਿ ਉਹਨਾਂ ਨੂੰ ਕੰਜ਼ਿਊਮਰ ਚੋਇਸਿਸ ਤੇ ਉਹਨਾਂ ਦੀ ਜਿਹੜੀ ਬਿਜ਼ਨਸ ਓਰੀਐਂਟਡ ਜਿਹੜੇ ਹੈਗੇ ਨੇ ਇੰਟਰਸਟ, ਉਹਨਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਕੇ ਅੱਗੇ ਵਧਾਇਆ ਜਾਵੇ, ਜਿਹੜਾ ਕਿ ਉਹਨਾਂ ਦਾ ਵਰਲਡ ਦੇ ਵਿੱਚ ਬਿਜ਼ਨਸ ਦੇ ਵਿੱਚ ਕੰਪੀਟੀਸ਼ਨ ਹੈਗਾ। ਇਹ ਜਿਹੜਾ ਸੌਫਟਵੇਅਰ ਹੈਗਾ, ਇਹ ਜਿਹੜਾ ਐਡਵਾਂਸ ਇੰਪੈਕਟ ਮੀਡੀਆ ਸੋਲਿਊਸ਼ਨਸ ਹੈਗਾ, ਇਹ 30+ ਕੰਟਰੀਜ਼ ਦੇ ਵਿੱਚ ਇਸ ਟਾਈਮ ਤੇ ਉਹਨਾਂ ਦੀ ਸਰਵਿਸ ਚੱਲ ਰਹੀ ਹੈਗੀ ਆ। ਤੇ ਇਹਦੇ ਵਿੱਚ ਇਹਨਾਂ ਦੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਇਸ ਟਾਈਮ ਤੇ 33 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਇਹਨਾਂ ਦੇ ਜਿਹੜੀਆਂ ਸਰਵਿਸਿਜ਼ ਨੇ, ਇਹਨਾਂ ਦਾ ਸੌਫਟਵੇਅਰ ਆ, ਉਹਨੂੰ ਯੂਜ਼ ਕੀਤਾ ਗਿਆ ਹੈਗਾ। ਤੇ ਉਹਦੇ ਨਾਲ ਜਿਹੜੇ ਇਲੈਕਸ਼ਨ ਅਲਟੀਮੇਟਲੀ ਰਿਜ਼ਲਟਸ ਨੇ ਉਹ ਵੀ ਇਨਫਲੂਐਂਸ ਕੀਤੇ ਗਏ ਨੇ। ਇਸ ਚੀਜ਼ ਦਾ ਉਦੋਂ ਪਤਾ ਲੱਗੇ, ਈਵਨ ਕਿ ਜਿਹੜੇ ਹਾਈਲੀ ਮਤਲਬ ਕਿ ਸਿਵਲਾਈਜ਼ਡ ਨੇਸ਼ਨਸ ਨੇ, ਜਿਵੇਂ ਸਵਿਟਜ਼ਰਲੈਂਡ ਆ, ਯੂਨਾਈਟਿਡ ਕਿੰਗਡਮ ਹੈਗਾ, ਕੈਨੇਡਾ ਹੈਗਾ, USA ਹੈਗਾ, ਇਸੇ ਤਰ੍ਹਾਂ ਜਿਵੇਂ ਮੈਕਸੀਕੋ, ਸੈਨੇਗਾਲ ਤੇ ਇੰਡੀਆ, ਇਹ ਵੀ ਇਸ ਦੀਆਂ ਸਰਵਿਸਿਜ਼ ਦੇ ਇਹ ਜਿਹੜੀਆਂ ਨੇ ਉੱਥੇ ਵੀ ਉਪਲਬਧ ਹੋਈਆਂ ਨੇ। ਤੇ ਉੱਥੇ ਵੀ ਇਹਨਾਂ ਕੰਟਰੀਜ਼ ਦੇ ਵਿੱਚ 30+ ਕੰਟਰੀਜ਼ ਇਹਨਾਂ ਦੇ ਸੌਫਟਵੇਅਰ ਨੂੰ ਯੂਜ਼ ਕੀਤਾ ਗਿਆ ਬਾਈ ਡਿਫਰੈਂਟ ਪੋਲੀਟੀਕਲ ਪਾਰਟੀਜ਼। ਈਵਨ ਜਦੋਂ ਡੋਨਾਲਡ ਟਰੰਪ ਦੀ ਇਲੈਕਸ਼ਨ ਸੀਗੀ ਤਾਂ ਇਹ ਚੀਜ਼ ਸਾਹਮਣੇ ਆਈ ਸੀ ਕਿ ਇਹਨਾਂ ਨੇ ਆਪਣੇ ਸੌਫਟਵੇਅਰ ਦੇ ਰਾਹੀਂ 87 ਮਿਲੀਅਨ ਜਿਹੜੇ ਫੇਸਬੁੱਕ ਯੂਜ਼ਰ ਸੀਗੇ, ਉਹਨਾਂ ਦਾ ਪਰਸਨਲ ਅਕਾਊਂਟ ਇਹਨਾਂ ਨੇ ਹੈਕ ਕਰਕੇ ਉਹਨਾਂ ਦੇ ਓਪੀਨੀਅਨ ਦੇ ਵਿੱਚ ਉਹ ਇੰਪੈਕਟ ਕਰਕੇ ਚੇਂਜਸ ਲਿਆਂਦੀਆਂ ਸੀ, ਜਿਹਦੇ ਰਾਹੀਂ ਡੋਨਾਲਡ ਟਰੰਪ ਦੀ ਇਲੈਕਸ਼ਨ ਵਿੱਚ ਉਹਨੂੰ ਜਿੱਤਣ ਦੇ ਵਿੱਚ ਸਹਾਈ ਹੋਇਆ ਸੀਗਾ। ਇਸ ਚੀਜ਼ ਦਾ ਪਤਾ ਉਦੋਂ ਲੱਗਿਆ ਜਦੋਂ ਕਿ ਇੱਕ ਗਰੁੱਪ ਕੰਸੋਰਸ਼ੀਅਮ ਆਫ ਜਰਨਲਿਸਟ ਫਰੋਮ 30 ਡਿਫਰੈਂਟ ਆਊਟਲੈਟਸ, ਜਿਵੇਂ ਕਿ ਗਾਰਡੀਅਨ ਹੈਗਾ ਇੰਗਲੈਂਡ ਦਾ, ਇਸੇ ਤਰ੍ਹਾਂ ਲਾ ਮੁੰਡੇ ਇੱਕ ਟੌਪ ਦਾ ਨਿਊਜ਼ਪੇਪਰ ਆ ਫਰਾਂਸ ਦਾ, ਐਂ ਸਪੇਨ ਦਾ ਟੌਪ ਦਾ ਨਿਊਜ਼ਪੇਪਰ ਆ ਐਲ ਪਾਇਸ, ਇਸ ਤਰ੍ਹਾਂ ਦਰ ਸਪੀਗਲ ਹੈਗਾ ਜਰਮਨੀ ਦਾ। ਇਹਨਾਂ ਦਾ ਜਿਹੜਾ 30 ਔਡ ਆਊਟਲੈਟਸ ਦਾ ਇੱਕ ਗਰੁੱਪ ਸੀਗਾ, ਉਹਨਾਂ ਦੇ ਨਾਲ ਜਿਹੜੇ
ਇੱਕ ਮਤਲਬ ਕਿ ਕੰਸੋਰਸ਼ੀਅਮ ਆਫ ਜਰਨਲਿਸਟ ਜਿਨ੍ਹਾਂ ਨੇ ਕੰਮ ਕੀਤਾ ਹੈਗਾ ਤੇ ਉਹਨਾਂ ਨੇ ਆਪਣੀ ਥੋਰੋ ਇਨਵੈਸਟੀਗੇਸ਼ਨ ਕਰਕੇ ਓਵਰ ਸੈਵਰਲ ਈਅਰਸ ਉਹਨਾਂ ਨੇ ਇਹ ਸੌਫਟਵੇਅਰ ਬਾਰੇ ਦੁਨੀਆ ਦੇ ਸਾਹਮਣੇ ਆਪਣਾ ਲੈ ਕੇ ਆਏ ਆਪਣੀ ਇਨਵੈਸਟੀਗੇਸ਼ਨ ਕਿ ਕਿਸ ਤਰ੍ਹਾਂ ਇਹ ਗਰੁੱਪ ਜਿਹੜਾ ਹੈਗਾ ਇਹ ਇੰਟੈਲੀਜੈਂਸ ਏਜੰਸੀਜ਼ ਨੂੰ ਪੋਲੀਟੀਕਲ ਪਾਰਟੀਆਂ ਨੂੰ ਤੇ ਵੱਡੀਆਂ ਕਾਰਪੋਰੇਸ਼ਨਸ ਦੇ ਵਿੱਚ ਇਹ ਕਿਸ ਤਰ੍ਹਾਂ ਵਰਕ ਕਰਦਾ ਹੈਗਾ ਤੇ ਲੋਕਾਂ ਦੇ ਓਪੀਨੀਅਨਸ ਦੇ ਵਿੱਚ ਕਿਵੇਂ ਇਹ ਤਬਦੀਲੀ ਲੈ ਕੇ ਆਉਂਦੇ ਆ ਤਾਂ ਕਿ ਇੱਕ ਪਾਰਟਿਕੂਲਰ ਪੋਲੀਟੀਕਲ ਪਾਰਟੀ ਨੂੰ ਫੇਵਰ ਕੀਤੀ ਜਾਵੇ। ਇੰਡੀਆ ਦੇ ਵਿੱਚ ਜਿਹੜੀ ਟੀਮ ਜਾਰਜ ਦਾ ਉਦੋਂ ਪਤਾ ਲੱਗਿਆ ਜਦੋਂ ਗੌਰੀ ਲੰਕੇਸ਼ ਜਿਹਦਾ ਕਿ ਮਰਡਰ ਹੋ ਗਿਆ ਸੀਗਾ ਹੁਣ ਤੋਂ ਕਈ ਸਾਲ ਪਹਿਲੇ ਮੇਰੇ ਖਿਆਲ 2017 ਦੇ ਵਿੱਚ ਉਹਦਾ ਮਰਡਰ ਹੋਇਆ ਸੀਗਾ ਬੰਗਲੌਰ ਦੇ ਵਿੱਚ। ਉਦੋਂ ਉਹ ਆਪਣੀ ਲਾਸਟ ਆਰਟੀਕਲ ਲਿਖ ਰਹੀ ਸੀਗੀ ਕਿ ਹਾਊ ਟੂ ਟੈਕਲ ਦਾ ਫਾਲਸ ਨਿਊਜ਼। ਇਸ ਜਿਹੜਾ ਕੰਸੋਰਸ਼ੀਅਮ ਹੈਗਾ ਇਹਦੇ ਮਗਰ ਜਿਹੜੀ ਮੇਨ ਧਿਰ ਹੈਗੀ ਉਹ ਹੈਗੀ ਆ ਫੋਰਬਿਡਨ ਸਟੋਰੀਜ਼। ਇਹ ਇੱਕ ਪੈਰਿਸ ਬੇਸਡ ਨॉन ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ ਜਿਹਦੇ ਨਾਲ ਇਹ ਸਾਰੇ ਡਿਫਰੈਂਟ ਜਰਨਲਿਸਟ ਜੁੜੇ ਹੋਏ ਹੈਗੇ ਆ ਤੇ ਡਿਫਰੈਂਟ ਜਿਹੜੀਆਂ ਮੀਡੀਆ ਆਊਟਲੈਟਸ ਨੇ ਉਹ ਉਹਦੇ ਨਾਲ ਮਤਲਬ ਕਿ ਕਿਸੇ ਨਾ ਕਿਸੇ ਤਰ੍ਹਾਂ ਐਸੋਸੀਏਟਡ ਨੇ। that is controlled by forbidden stories ਜਿਹੜੀ ਇੱਕ ਨॉन ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਹੈ ਪੈਰਿਸ ਬੇਸਡ ਹੈਗੀ ਆ। ਜਦੋਂ ਗੌਰੀ ਲੰਕੇਸ਼ ਦਾ ਮਰਡਰ ਹੋਇਆ ਹੈਗਾ ਉਦੋਂ ਵੀ ਉਹ ਇਸ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੀ ਹੋਈ ਸੀ ਇਸ ਜਿਹੜੀ ਇਨਵੈਸਟੀਗੇਟਿੰਗ ਜਰਨਲਿਸਟ ਦੀ ਟੀਮ ਹੈਗੀ ਆ। ਸੋ ਇਹ ਜਿਹੜੀ ਚੀਜ਼ ਸਭ ਤੋਂ ਪਹਿਲੇ ਗਾਰਡੀਅਨ ਨੇ ਰਿਪੋਰਟ ਕੀਤੀ ਸੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ। ਤੇ ਜਦੋਂ 2017 ਦੇ ਵਿੱਚ ਗੌਰੀ ਲੰਕੇਸ਼ ਦਾ ਮਰਡਰ ਹੋਇਆ ਉਹ ਇੱਕ ਬੜੀ ਨਾਮੀ ਰੈਬਲ ਜਰਨਲਿਸਟ ਸੀਗੀ ਇੰਡੀਆ ਦੇ ਵਿੱਚ। ਹਜੇ ਤੱਕ ਵੀ ਉਹਦਾ ਮਰਡਰ ਦਾ ਕੇਸ ਚੱਲ ਰਿਹਾ ਹੈਗਾ ਪਰ ਕਿਸੇ ਵੀ ਉਹ ਰਿਜ਼ਲਟ ਦੇ ਵਿੱਚ ਨਹੀਂ ਹਜੇ ਤੱਕ ਪਹੁੰਚ ਸਕਿਆ। ਇਸੇ ਤਰ੍ਹਾਂ ਕਈ ਹੋਰ ਨਾਮੀ ਇਸੇ ਤਰ੍ਹਾਂ ਦੇ ਜਿਹੜੇ ਸਿਵਲ ਸੁਸਾਇਟੀ ਦੇ ਮੈਂਬਰ ਜਰਨਲਿਸਟ ਸੀਗੇ ਉਹਨਾਂ ਦਾ ਵੀ ਮਰਡਰ ਹੋਇਆ ਹੈਗਾ ਪਿਛਲੇ ਸਾਲਾਂ ਦੇ ਵਿੱਚ। ਉਹ ਜਦੋਂ ਆਪਣਾ ਆਰਟੀਕਲ ਸੀਗਾ ਇਨ ਦਾ ਏਜ ਆਫ ਫਾਲਸ ਨਿਊਜ਼ ਜਿਹੜਾ ਗੌਰੀ ਲੰਕੇਸ਼ ਲਿਖ ਰਹੀ ਸੀ ਜਿਸ ਦਿਨ ਉਹਦਾ ਕਤਲ ਹੋਇਆ ਉਸ ਕਰਕੇ ਫਿਰ ਇਹ ਸਟੋਰੀ ਦਾ ਪਤਾ ਲੱਗਿਆ ਉਹਨਾਂ ਦੇ ਇਨਵੈਸਟੀਗੇਸ਼ਨ ਵਿੱਚ ਕਿ ਇਹ ਜਿਹੜੀ ਟੀਮ ਜਾਰਜ ਆ ਇੱਥੇ ਵੀ ਇੰਡੀਆ ਵਿੱਚ ਇੱਕ ਪਾਰਟਿਕੂਲਰ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਦੇ ਲਈ ਇਹ ਕੰਮ ਕਰਦੇ ਨੇ ਤੇ ਉਹਨਾਂ ਦੇ ਕਿਸ ਤਰ੍ਹਾਂ ਇਹ ਇਲੈਕਸ਼ਨ ਦਾ ਜਿਹੜੇ ਉਹਨਾਂ ਦੇ ਕੰਪੇਨ ਆ ਉਹਦੇ ਵਿੱਚ ਕਿਸ ਤਰ੍ਹਾਂ ਇਹ ਆਪਣੀ ਹੈਲਪ ਤੇ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰ ਰਹੀ ਹੈ। ਹੈਕਿੰਗ ਤੱਕ ਵੀ ਕੰਪਿਊਟਰਸ ਦੀ ਕੀਤੀ ਜਾਂਦੀ ਹੈ ਔਰ ਕਈ ਤਰ੍ਹਾਂ ਦੀ ਮਿਸ ਇਨਫੋਰਮੇਸ਼ਨ ਐਂਡ ਡਿਸਇਨਫੋਰਮੇਸ਼ਨ ਫੈਲਾਈ ਜਾਂਦੀ ਹੈ। ਖਾਸ ਤੌਰ ਤੇ ਬਹੁਤ ਈਜ਼ੀ ਭਾਸ਼ਾ ਦੇ ਵਿੱਚ ਬੋਲਾਂ ਤਾਂ ਜਿਵੇਂ ਫੇਸਬੁੱਕ ਚਲਾਉਂਦੇ ਆ ਤਾਂ ਇੱਕ ਖਾਸ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਹੀ ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਨੇ। ਐਲਗੋਰਿਦਮਸ ਨੂੰ ਐਵੇਂ ਸੈੱਟ ਕੀਤਾ ਜਾਂਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਉਹੀ ਪਾਰਟੀ ਉਹੀ ਕਲਟ ਜਿਹੜਾ ਚਾਹੇ ਰਾਜਨੀਤਿਕ ਹੈ ਚਾਹੇ ਧਾਰਮਿਕ ਰਾਜਨੀਤਿਕ ਹੈ ਚਾਹੇ ਕੋਈ ਵੀ ਆ ਉਹ ਘਰ ਘਰ ਜਾਏ। ਇਸ ਚੀਜ਼ ਨੂੰ ਸਾਡੇ ਲੋਕਾਂ ਨੂੰ ਸਮਝਣਾ ਪਏਗਾ ਕਿ ਇਹ ਐਲਗੋਰਿਦਮਸ ਕਿਵੇਂ ਕੰਮ ਕਰਦੀਆਂ ਨੇ। ਸਰ ਆਖਿਰ ਦੇ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ ਇਹਦੇ ਨਾਲ ਪਲੀਜ਼ ਆਪਣੀ ਗੱਲ ਨੂੰ ਕੰਟੀਨਿਊ ਰੱਖਣਾ ਸਰ। ਔਰ ਇਸੇ ਲਈ ਦੱਸਿਆ ਸੀ ਨਾ ਕਿ ਫੇਸਬੁੱਕ ਦੇ ਵਿੱਚ ਜਦੋਂ ਡੋਨਲਡ ਟਰੰਪ ਦੀ ਇਲੈਕਸ਼ਨ ਸੀ ਤਾਂ 87 ਮਿਲੀਅਨ ਫੇਸਬੁੱਕ ਦੇ ਵਿੱਚ ਜਿਹੜੇ ਪਰਸਨਲ ਅਕਾਊਂਟ ਸੀਗੇ ਉਹ ਇਹਨਾਂ ਨੇ ਕੰਟਰੋਲ ਕਰਕੇ ਉਹਨਾਂ ਦੇ ਵਿੱਚ ਜਿਹੜਾ ਓਪੀਨੀਅਨ ਸੀਗਾ ਉਹਦੇ ਵਿੱਚ ਚੇਂਜਸ ਲਿਆਂਦੀਆਂ ਸੀ ਇਨ ਫੇਵਰ ਆਫ ਡੋਨਲਡ ਟਰੰਪ। ਜੀ ਸਰ ਜਿਹੜੀ ਸੈਕੰਡ ਮੇਜਰ ਨਿਊਜ਼ ਆ ਨਾ ਜਿਹਨੂੰ ਇਸ ਸਾਲ ਨਵੰਬਰ ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ ਇੱਕ ਬੈਲੋਰਸ਼ੀਅਨ ਹਿਊਮਨ ਰਾਈਟਸ ਐਕਟਿਵਿਸਟ ਆ ਹੂ ਇਜ਼ ਵਰਕਿੰਗ ਫॉर ਸਿਵਲ ਲਿਬਰਟੀਜ਼ ਇਨ ਬੈਲੋਰਸ਼ੀਆ। ਬੈਲੋਰਸ਼ੀਆ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਲਸੈਂਕੋ ਉੱਥੋਂ ਦਾ ਪ੍ਰੈਜ਼ੀਡੈਂਟ ਹੈਗਾ ਉਹਦਾ ਕਿ ਇੱਕ ਡਿਕਟਾਟੋਰੀਅਲ ਜਿਹੜਾ ਐਟੀਟਿਊਡ ਆ ਤੇ ਉਹਦਾ ਵੇ ਆਫ ਵਰਕਿੰਗ ਹੈਗਾ ਉਹਦੇ ਬਾਰੇ ਐਲੈਕਸ ਬੈਲੇਅਸਕੀ ਆ। ਇਹ ਬੈਲੋਰਸ਼ੀਅਨ ਹੈਗਾ। ਇਹ ਜਦੋਂ ਇਹਨੂੰ ਇਸ ਵਾਰੀ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀਗਾ ਬਿਕੋਜ਼ ਆਫ ਹਿਸ ਵਰਕ ਫॉर ਦਾ ਹਿਊਮਨ ਰਾਈਟਸ ਇਨ ਬੈਲੋਰਸ਼ੀਆ ਐਂਡ ਰਸ਼ੀਆ। ਇਹ 1980 ਤੋਂ ਜਿਹੜਾ ਹੈਗਾ ਉੱਥੇ ਇਹ ਪ੍ਰੋ ਇੰਡੀਪੈਂਡੈਂਸ ਲਈ ਕੰਮ ਕਰ ਰਿਹਾ ਸੀ ਜਦੋਂ ਕਿ ਸੋਵੀਅਤ ਯੂਨੀਅਨ ਦਾ ਉੱਥੇ ਅੰਪਾਇਰ ਸੀਗਾ। ਤੇ ਇਹ ਕਾਫੀ ਚਿਰ ਤੋਂ ਹੁਣ ਜਦੋਂ 2020 ਦੇ ਵਿੱਚ ਬੈਲੋਰਸ਼ੀਆ ਦੇ ਵਿੱਚ ਇਲੈਕਸ਼ਨਸ ਨੂੰ ਰਿਗ ਕੀਤਾ ਗਿਆ
ਜਿਹਦੇ ਬਾਰੇ ਕਿ ਸਾਰੇ ਵੈਸਟਰਨ ਵਰਲਡ ਦੇ ਵਿੱਚ ਇਸ ਚੀਜ਼ ਨੂੰ ਕੰਡੈਮ ਕੀਤਾ ਗਿਆ ਸੀ। ਉਹ ਜਿਹੜਾ ਹੁਣ ਪ੍ਰੈਜ਼ੈਂਟ ਰੂਲਰ ਹੈਗਾ ਬੈਲਾਰੂਸੀਆ ਦਾ, ਹੀ ਇਜ਼ ਕਲੋਜ਼ਲੀ ਅਲਾਈਨਡ ਵਿਦ ਦਾ ਰਸ਼ੀਅਨ ਪ੍ਰੈਜ਼ੀਡੈਂਟ ਪੁਟਿਨ, ਤੇ ਉਹਨਾਂ ਦੀ ਯੂਕਰੇਨ ਵਾਰ ਵਿੱਚ ਵੀ ਇਹ ਮਦਦ ਕਰ ਰਹੇ ਨੇ ਓਪਨਲੀ। ਤੇ ਹੁਣ ਕਿਉਂਕਿ ਇਹਨੂੰ 2020 ਦਾ ਹੀ ਅਰੈਸਟ ਕੀਤਾ ਹੋਇਆ ਸੀਗਾ ਐਲੈਕਸ ਨੂੰ, ਤੇ ਹੁਣ ਇਹਨੂੰ ਉਸ ਟ੍ਰਾਇਲ ਦੇ ਵਿੱਚ ਇਹਨੂੰ ਕਿਹਾ ਹੈਗਾ ਮਨੀ ਲਾਂਡਰਿੰਗ ਦੇ ਵਿੱਚ ਤੇ ਹੋਰ ਐਂਟੀ ਜਿਹੜੀਆਂ ਸਟੇਟ ਐਕਟੀਵਿਟੀਜ਼ ਦਾ ਚਾਰਜ ਲਾ ਕੇ ਇੱਕ ਸ਼ੈਮ ਟ੍ਰਾਇਲ ਦੇ ਰਾਹੀਂ ਇਹਨੂੰ 10 ਸਾਲ ਦੀ ਸਜ਼ਾ ਕੀਤੀ ਗਈ ਹੈ ਕੱਲ। ਇਸ ਕਰਕੇ ਯੂਰਪੀਅਨ ਯੂਨੀਅਨ ਨੇ ਬੜੀ ਸਟਰੋਂਗ ਹਾਰਸ਼ ਹਾਰਡ ਹਿਟਿੰਗ ਸਟੇਟਮੈਂਟ ਦਿੱਤੀ ਹੈ ਬੈਲਾਰੂਸੀਆ ਦੇ ਪ੍ਰੈਜ਼ੀਡੈਂਟ ਦੇ ਉਲਟ ਤੇ ਉਹਨਾਂ ਦੀ ਗਵਰਨਮੈਂਟ ਦੇ ਉਲਟ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਟ੍ਰਾਇਲ ਸੀਗਾ ਇਹ ਟੋਟਲੀ ਸ਼ੈਮ ਮਿਲਟਰੀ ਟ੍ਰਾਇਲ ਸੀਗਾ, ਤੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜੋ ਜੁਡੀਸ਼ੀਅਲ ਮਤਲਬ ਕਿ ਕਾਰਵਾਈ ਹੋਣੀ ਚਾਹੀਦੀ ਹੈ ਪ੍ਰੋਸੀਜਰਸ ਉਹ ਫੋਲੋ ਨਹੀਂ ਕੀਤੇ ਗਏ, ਨਾ ਉਹਨੂੰ ਡਿਫੈਂਸ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਮੌਕਾ ਦਿੱਤਾ ਗਿਆ ਹੈਗਾ। ਤੇ ਇਹਨੂੰ ਕਾਫੀ ਹਾਰਸ਼ ਸੈਂਟੈਂਸ ਦਿੱਤੀ ਹੈਗੀ 10 ਸਾਲ ਦੀ। ਇਸ ਨੂੰ ਵੀ ਯੂਕਰੇਨ ਰਸ਼ੀਆ ਵਾਰ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਜਿਹੜੀਆਂ ਥੋੜੇ ਚੇਂਜ ਆ ਰਹੇ ਨੇ, ਜਿਹੜੀ ਦੁਨੀਆ ਪਹਿਲਾਂ ਹੁਣ ਮਲਟੀਪੋਲਰ ਬਣ ਰਹੀ ਹੈ, ਪਹਿਲਾਂ ਦੋ ਧੁਰਾਂ ਦੇ ਅਰਾਊਂਡ ਹੀ ਸੀਗਾ, ਕਿ ਇਹ ਵੀ ਆਪਾਂ ਦੇਖ ਸਕਦੇ ਹਾਂ ਕਿ ਇੱਕ ਇੰਪਲੀਕੇਸ਼ਨ ਹੈ ਯੂਕਰੇਨ ਰਸ਼ੀਆ ਵਾਰ ਦੀ ਇਹ ਵਾਲੀ। ਹਾਂ, ਇਹ ਉਹਦੀ ਕੈਜ਼ੁਅਲਟੀ ਆ, ਮਤਲਬ ਕਿ ਹੀ ਇਜ਼ ਐਂਟੀ ਵਾਰ, ਪਰ ਹੁਣ ਤਾਂ ਇਹ ਪਿਛਲੇ ਮਤਲਬ ਕਿ 2 ਸਾਲ ਤੋਂ ਉੱਤੇ ਜੇਲ੍ਹ ਵਿੱਚ ਹੈਗਾ। ਹੋਰ ਵੀ ਬਹੁਤ ਸੈਵਰਲ ਜਿਹੜੇ ਸਿਵਲ ਰਾਈਟਸ ਐਕਟਿਵਿਸਟ ਨੇ ਬੈਲਾਰੂਸੀਆ ਦੇ ਵਿੱਚ, ਜਿਨ੍ਹਾਂ ਨੇ ਕਿ ਬੜੀ ਸਟਰੋਂਗ ਡੈਮੋਨਸਟ੍ਰੇਸ਼ਨਸ ਉੱਠੀਆਂ ਸੀਗੀਆਂ ਜਦੋਂ 2020 ਦੇ ਵਿੱਚ ਇਲੈਕਸ਼ਨਸ ਉੱਥੇ ਹੋਈਆਂ ਸੀ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਕਿਉਂਕਿ ਉਹਦੇ ਵਿੱਚ ਜਿਹੜੇ ਜੇਤੂ ਕੈਂਡੀਡੇਟ ਸੀਗਾ, ਜਿਹੜਾ ਐਕਚੁਅਲੀ ਵੋਟਿੰਗ ਰਾਹੀਂ ਜਿੱਤਿਆ ਸੀਗਾ, ਉਸ ਇਲੈਕਸ਼ਨ ਨੂੰ ਅਨਲ ਕਰ ਦਿੱਤਾ ਗਿਆ ਸੀ। ਤੇ ਇਹਨੇ ਧੱਕੇ ਨਾਲ ਥਰੂ ਦਾ ਸਪੋਰਟ ਆਫ ਆਰਮੀ ਮਿਲਟਰੀ ਇਹਨਾਂ ਨੇ ਉੱਥੋਂ ਦੀ ਪ੍ਰੈਜ਼ੀਡੈਂਸ਼ੀਅਲ ਤੇ ਕਬਜ਼ਾ ਕਰ ਲਿਆ ਸੀ, ਤੇ ਅੱਜ ਵੀ ਇਹਦਾ ਕਬਜ਼ਾ ਬਰਕਰਾਰ ਆ, ਜਿਹੜਾ ਕਿ ਕਿਸੇ ਵੀ ਡੈਮੋਕ੍ਰੈਟਿਕ ਵੇ ਆਫ ਗਵਰਨੈਂਸ ਤੋਂ ਉਹ ਕਿਸੇ ਤਰ੍ਹਾਂ ਮੇਲ ਨਹੀਂ ਖਾਂਦਾ। ਇਟਸ ਜਸਟ ਲਾਈਕ ਦਾ ਪ੍ਰੈਜ਼ੈਂਟ ਡੇ ਜਿਹੜੇ ਹਿਟਲਰ ਤੇ ਮੁਸੋਲਿਨੀਸ ਨੇ। ਬ੍ਰਿਟੇਨ ਐਂਡ ਨਾਰਥ ਆਇਰਲੈਂਡ ਐਂਡ ਯੂਰਪੀਅਨ ਯੂਨੀਅਨ ਦਾ ਇੱਕ ਟ੍ਰੇਡ ਡਿਸਪਿਊਟ ਸਾਡੇ ਸਾਹਮਣੇ ਕਾਫੀ ਦੇਰ ਤੋਂ ਨਜ਼ਰ ਆ ਰਿਹਾ ਸੀ ਬ੍ਰੈਕਸਿਟ ਤੋਂ ਬਾਅਦ। ਹੁਣ ਇੱਕ ਡੀਲ ਕ੍ਰੈਕ ਕੀਤੀ ਗਈ ਹੈ ਜਿੱਥੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਜਿਹੜੇ ਨੇ ਉਹਨਾਂ ਨੇ ਇੱਕ ਆਪਣੀ ਕਾਮਯਾਬੀ ਗਿਣਿਆ ਇਸ ਚੀਜ਼ ਨੂੰ। ਇਹ ਟ੍ਰੇਡ ਡਿਸਪਿਊਟ ਐਂਡ ਇਹ ਟ੍ਰੇਡ ਡੀਲ ਅਲਟੀਮੇਟਲੀ ਕੀ ਚੀਜ਼ ਹੈ ਜੀ? ਇਹ ਜਿਹੜਾ ਨਾ ਜਦੋਂ 2019 ਦੇ ਵਿੱਚ ਐਗਜ਼ਿਟ ਕੀਤਾ ਹੈਗਾ ਯੂਨਾਈਟਿਡ ਕਿੰਗਡਮ ਨੇ ਫਰੋਮ ਦਾ ਯੂਰਪੀਅਨ ਯੂਨੀਅਨ, ਉਹਨਾਂ ਦੀ ਜਿਹੜੀ ਇੱਕ ਕੰਸੋਰਸ਼ੀਅਮ ਸੀਗਾ ਕੰਟਰੀਜ਼ ਦੀ ਆਪਸ ਚ ਮੇਲ ਸੀਗਾ, ਓਪਨ ਬਾਰਡਰ ਸੀਗੇ, ਓਪਨ ਟ੍ਰੇਡ ਸੀਗਾ, ਉਹਦੇ ਚੋਂ ਆਪਣੇ ਆਪ ਨੂੰ ਮਤਲਬ ਕਿ ਯੂਨਾਈਟਿਡ ਕਿੰਗਡਮ ਨੇ ਬਾਹਰ ਕਰ ਲਿਆ ਸੀ। ਪਰ ਕਿਉਂਕਿ 1998 ਦੇ ਵਿੱਚ ਜਿਹੜੀ ਨਾਰਥ ਆਇਰਲੈਂਡ ਦੇ ਵਿੱਚ ਪੀਸ ਅਕੋਰਡ ਹੋਇਆ ਸੀਗਾ ਯੂਨਾਈਟਿਡ ਕਿੰਗਡਮ ਦੇ ਨਾਲ, ਉੱਥੋਂ ਜਦੋਂ ਸਿਨ ਫੇਨ ਜਿਹੜੀ ਉੱਥੋਂ ਦੀ ਲੀਡਿੰਗ ਪੋਲੀਟੀਕਲ ਪਾਰਟੀ ਸੀਗੀ, ਜਿਹੜੀ ਕਿ ਇੱਕ ਰੈਬਲ ਮੂਵਮੈਂਟ ਵਿੱਚੋਂ ਨਿਕਲ ਕੇ ਪੋਲੀਟੀਕਲ ਪਾਰਟੀ ਬਣੀ ਸੀ, ਉਹਨਾਂ ਦਾ ਇਹਨਾਂ ਨਾਲ ਅਕੋਰਡ ਹੋਇਆ ਸੀ। ਉਸ ਅਕੋਰਡ ਦੇ ਰਾਹੀਂ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜੀ ਉੱਥੇ ਨਾਰਥ ਆਇਰਲੈਂਡ ਦੀ ਗਵਰਨਮੈਂਟ ਆ ਉਹਨੂੰ ਇੱਕ ਕਾਫੀ ਜ਼ਿਆਦਾ ਸੋਵਰਨ ਸੈਲਫ ਰੂਲ ਕਰਨ ਦੇ ਅਧਿਕਾਰ ਪ੍ਰਾਪਤ ਹੋਏ ਸੀ। ਤੇ ਜਿਹਦੇ ਰਾਹੀਂ ਉਹਨਾਂ ਨੇ ਜਦੋਂ 2019 ਚ ਮਤਲਬ ਕਿ ਯੂਨਾਈਟਿਡ ਕਿੰਗਡਮ ਨੇ ਆਪਣੇ ਆਪ ਨੂੰ ਬਾਹਰ ਕੀਤਾ ਯੂਰਪੀਅਨ ਯੂਨੀਅਨ ਤੋਂ, ਤਾਂ ਉਹਨਾਂ ਕੋਲੇ ਕਿਉਂਕਿ ਖੁਦ ਮੁਖਤਿਆਰੀ ਸੀਗੀ ਨਾਰਥ ਆਇਰਲੈਂਡ ਨੇ, ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਐਗਜ਼ਿਟ ਬ੍ਰੈਜ਼ਿਟ ਦੀ ਜਿਹੜੀ ਪਾਲਿਸੀ ਸੀ ਉਹਦੇ ਤੋਂ ਵੱਖ ਕੀਤਾ ਸੀ। ਤੇ ਉਹਨਾਂ ਦਾ ਜਿਹੜਾ ਬਾਰਡਰ ਹੈਗਾ ਉਹ ਅੱਜ ਵੀ ਯੂਰਪੀਅਨ ਯੂਨੀਅਨ ਨਾਲ ਟ੍ਰੇਡ ਲਈ ਖੁੱਲਾ ਸੀਗਾ, ਪਰ ਜਿਹੜੀ ਉੱਥੇ ਪ੍ਰੋ ਯੂਨੀਅਨਿਸਟ ਪਾਰਟੀ ਹੈਗੀ ਆ ਨਾਰਥ ਆਇਰਲੈਂਡ ਦੇ ਵਿੱਚ, ਜਿਹੜੀ ਕਿ ਕਲੋਜ਼ਲੀ ਅਲਾਈਨਡ ਹੈਗੀ ਆ ਯੂਨਾਈਟਿਡ ਕਿੰਗਡਮ ਦੀ ਪੋਲੀਟੀਕਲ ਅਲੀਟ ਦੇ ਨਾਲ, ਉਹ ਕੰਜ਼ਰਵੇਟਿਵ ਪਾਰਟੀ ਦੇ ਨਾਲ ਜੁੜੀ ਹੋਈ ਆ, ਉਹਨਾਂ ਨੇ ਇਸ ਚੀਜ਼ ਦਾ ਉਦੋਂ ਵੀ ਵਿਰੋਧ ਕੀਤਾ ਸੀਗਾ। ਤੇ ਹੁਣ ਵੀ ਜਦੋਂ ਦੁਬਾਰਾ ਇਹਦੇ ਤੇ ਰੀਲੁੱਕ ਹੋਈ ਹੈ ਇਸ ਐਗਰੀਮੈਂਟ ਤੇ, ਤਾਂ ਯੂਰਪੀਅਨ ਯੂਨੀਅਨ ਦੀ ਪ੍ਰੈਜ਼ੀਡੈਂਟ ਬੈਲਫਾਸਟ ਜਿਹੜੀ ਉਹਨਾਂ ਦੀ ਕੈਪੀਟਲ ਆ ਉੱਥੇ ਆਏ ਨੇ, ਉੱਥੇ ਹੀ ਯੂਨਾਈਟਿਡ ਕਿੰਗਡਮ ਦਾ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਉਹ ਵੀ ਉੱਥੇ ਗਏ ਨੇ, ਤੇ ਦੁਬਾਰਾ ਇਹ ਟ੍ਰੀਟੀ ਦੇ ਵਿੱਚ ਰੀਲੁੱਕ ਹੋਇਆ ਹੈਗਾ। ਪਰ ਉਸ ਦੇ ਵਿੱਚ ਉਹਨਾਂ ਨੇ ਯੂਨੀਅਨਿਸਟ ਜਿਹੜੀ ਪਾਰਟੀ ਦੀ ਆਪੋਜੀਸ਼ਨ ਸੀਗੀ ਉਹਨੂੰ ਕਿਸੇ ਤਰ੍ਹਾਂ ਉਹਨਾਂ ਨੇ ਉਹਨੂੰ ਥੋੜਾ ਸਲਿਮ ਡਾਊਨ ਕੀਤਾ ਹੈਗਾ, ਤੇ ਜਿਹੜਾ ਉਹਨਾਂ ਦਾ ਓਪਨ ਟ੍ਰੇਡ ਦਾ ਐਗਰੀਮੈਂਟ ਹੈਗਾ ਯੂਰਪੀਅਨ ਯੂਨੀਅਨ ਨਾਲ ਉਹਨੂੰ ਬਰਕਰਾਰ ਰੱਖਿਆ ਹੈਗਾ।
ਉਹਨੂੰ ਦੁਬਾਰਾ ਰੀਅਲਾਈਨ ਕਰਕੇ ਉਹ ਜਿਹੜੀਆਂ ਪਹਿਲੇ ਸ਼ਰਤਾਂ ਸੀਗੀਆਂ ਉਸੇ ਤਰ੍ਹਾਂ ਹੀ ਲਾਗੂ ਕੀਤਾ ਹੈਗਾ, ਕਿਉਂਕਿ ਉੱਥੇ ਲੰਮੇ ਚਿਰ ਤੋਂ ਜਾਦੀ ਸੈਵਰਲ ਮੰਥਸ ਤੋਂ ਉੱਥੇ ਗਵਰਨਮੈਂਟ ਜਿਹੜੀ ਜਿੱਤੀ ਸੀਗੀ ਮੇਜਰ ਪਾਰਟੀ ਉਹ ਸਿਨ ਫੈਨ ਜਿੱਤੀ ਸੀਗੀ, ਜਿਹੜੀ ਕਿ ਲਗਾਤਾਰ 1998 ਤੋਂ ਉੱਥੇ ਰੂਲ ਕਰ ਰਹੀ ਆ। ਪਰ ਕਿਉਂਕਿ ਉੱਥੋਂ ਦਾ ਜਿਹੜਾ ਪ੍ਰੋਸੀਜਰ ਹੈਗਾ ਗਵਰਨੈਂਸ ਦਾ, ਉਹਦੇ ਵਿੱਚ ਹੈਗਾ ਕਿ ਆਪੋਜੀਸ਼ਨ ਪਾਰਟੀ ਦਾ ਇੱਕ ਮੈਂਬਰ ਗਵਰਨਮੈਂਟ ਦੇ ਵਿੱਚ ਬਰਾਬਰ ਦੇ ਰੁਤਬੇ ਤੇ ਹੁੰਦਾ, ਤਾਂ ਹੀ ਉੱਥੇ ਗਵਰਨਮੈਂਟ ਜਿਹੜੀ ਉਹ ਕੰਪਲੀਟ ਮੰਨੀ ਜਾਂਦੀ ਹੈ। ਪਰ ਹੁਣ ਕਿਉਂਕਿ ਯੂਨੀਅਨਿਸਟ ਗਵਰਨਮੈਂਟ ਉਹਦਾ ਉਸ ਪਾਲਿਸੀਜ਼ ਦੇ ਨਾਲ ਫ੍ਰੀ ਟ੍ਰੇਡ ਵਾਲੀ ਨਾਲ ਉਹਨਾਂ ਦਾ ਐਗਰੀਮੈਂਟ ਨਹੀਂ ਸੀਗਾ, ਤੇ ਉਹਨਾਂ ਨੇ ਗਵਰਨਮੈਂਟ ਵਿੱਚ ਪਾਰਟਿਸਿਪੇਟ ਨਹੀਂ ਸੀ ਕੀਤਾ। ਇਸ ਕਰਕੇ ਉੱਥੇ ਵਰਕਿੰਗ ਗਵਰਨਮੈਂਟ ਹਜੇ ਤੱਕ ਫਾਰਮ ਨਹੀਂ ਸੀ ਹੋਈ, ਜਿਹੜੀ ਕਿ ਹੁਣ ਇਸ ਡੀਲ ਦੇ ਨਾਲ ਦੁਬਾਰਾ ਫਾਰਮੇਸ਼ਨ ਹੋ ਕੇ ਯੂਨੀਅਨ ਪਾਸ ਜਿਹੜੀ ਪਾਰਟੀ ਆ ਉਹਦਾ ਜਿਹੜੀ ਆਪੋਜੀਸ਼ਨ ਆ ਉਹਨੂੰ ਸਲਿਮ ਡਾਊਨ ਕੀਤਾ ਗਿਆ, ਤਾਂ ਕਿ ਜਿਹੜਾ ਐਗਰੀਮੈਂਟ ਉਹਨਾਂ ਦਾ 2019 ਤੋਂ ਚੱਲ ਰਿਹਾ ਉਹ ਬਰਕਰਾਰ ਰਹੇ ਓਪਨ ਟ੍ਰੇਡ ਦਾ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਮੁਲਾਕਾਤ ਕੀਤੀ ਜਾਂਦੀ ਆ ਹੋਮ ਮਿਨਿਸਟਰ ਦੇ ਨਾਲ, ਔਰ ਉਹਦੇ ਵਿੱਚ ਅਰਧ ਸੈਨਾ ਬਲ ਜਿਹੜੇ ਆਪਣੇ ਕੇਂਦਰ ਦੇ ਆ ਕਾਫੀ ਤਾਦਾਦ ਦੇ ਵਿੱਚ ਪੰਜਾਬ ਲਈ ਮੰਗੇ ਜਾਂਦੇ ਨੇ। ਆਪਾਂ ਪਿਛਲੇ ਐਪੀਸੋਡਸ ਵੀ ਗੱਲ ਕੀਤੀ ਸੀ ਕਿ ਡਰੀ ਹੋਈ ਪੁਲਿਸ ਸਾਡੀ ਸਟੇਟ ਲਈ ਕਿਤੇ ਕਿੰਨੀ ਕੁ ਵਧੀਆ ਸਾਬਿਤ ਹੋ ਸਕਦੀ ਹੈ। ਔਰ ਪਲੱਸ ਹੁਣ ਜਿਹੜਾ ਮੁੱਖ ਮੰਤਰੀ ਨੇ ਉੱਥੋਂ ਅਰਧ ਸੈਨਾ ਬਲ ਮੰਗੇ ਨੇ, ਇਹਦੇ ਨਾਲ ਐਵੇਂ ਨਹੀਂ ਲੱਗਦਾ ਤੁਹਾਨੂੰ ਕਿ ਸਰ ਪੁਲਿਸ ਦਾ ਮਨੋਬਲ ਜਿਹੜਾ ਆ ਜਾਂ ਪੁਲਿਸ ਦੇ ਵਿੱਚ ਲੋਕਾਂ ਦਾ ਕੌਨਫੀਡੈਂਸ ਜਿਹੜਾ ਉਹ ਕਾਫੀ ਹੱਦ ਤੱਕ ਗਿਰ ਜਾਏਗਾ? 85,000 ਤੋਂ ਵੱਧ ਸਾਡੇ ਕੋਲ ਪੁਲਿਸ ਮੁਲਾਜ਼ਮ ਮੌਜੂਦ ਨੇ ਜੀ। ਇਹ ਨਾ ਜਿਹੜਾ ਬਾਬਾ ਸ਼ੇਖ ਫਰੀਦ ਦਾ ਸ਼ਬਦ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦਹੇਲਾ। ਇਹਦਾ ਮਤਲਬ ਕਿ ਮੀਨਿੰਗ ਹੈਗਾ ਜਿਹੜਾ ਕਿ ਅੱਜ ਆਪਣੇ ਪੰਜਾਬ ਨਾਲ ਢੁੱਕਦਾ ਹੈਗਾ। ਬਾਬਾ ਫਰੀਦ ਜੀ ਨੇ ਕਿਹਾ ਸੀ ਵੀ ਸੰਸਾਰਿਕ ਜੀਵ ਨੂੰ ਇਹ ਸੁਚੇਤ ਕਰਾਇਆ ਕਰਦਿਆਂ ਫਰਮਾਇਆ ਸੀ ਕਿ ਜਿਹੜਾ ਜੀਵ ਆਪਣਾ ਬੇੜਾ ਤਿਆਰ ਕਰਨ ਵਾਲੀ ਉਮਰੇ, ਜਦੋਂ ਵਕਤ ਹੈਗਾ ਉਸ ਉਮਰੇ ਬੇੜਾ ਤਿਆਰ ਨਾ ਕਰ ਸਕਿਆ, ਤਾਂ ਜਦ ਸਮੁੰਦਰ ਦਾ ਪਾਣੀ ਨੱਕੋ ਨੱਕ ਭਰ ਕੇ ਛੱਲਾ ਮਾਰੂਗਾ, ਤਾਂ ਉਸ ਟਾਈਮ ਤੇ ਉਸ ਬੇੜੇ ਰਾਹੀਂ ਸਮੁੰਦਰ ਨੂੰ ਪਾਰ ਕਰ ਸਕਣਾ, ਕਿਸੇ ਕਿਨਾਰੇ ਲੱਗ ਸਕਣਾ ਬਹੁਤ ਮੁਸ਼ਕਲ ਹੋਊਗਾ। ਇਹ ਚੀਜ਼ ਹੀ ਪੰਜਾਬ ਦੇ ਵਿੱਚ ਵਾਪਰ ਰਹੀ ਆ। ਪੰਜਾਬ ਦੀ ਵੇ ਆਫ ਗਵਰਨੈਂਸ, ਜਿਸ ਤਰ੍ਹਾਂ ਪੁਲਿਸ ਨੂੰ ਡੀਮੋਰਲਾਈਜ਼ ਕੀਤਾ ਜਾ ਰਿਹਾ ਵਨ ਵੇ ਔਰ ਦੀ ਅਦਰ, ਚਾਹੇ ਤਾਂ ਇਹ ਆਰਕੈਸਟਰਡ ਨੈਰੇਟਿਵ ਰਾਹੀਂ ਇੱਕ ਈਵੈਂਟਸ ਨੂੰ ਉਸ ਤਰ੍ਹਾਂ ਦਰਸਾਇਆ ਜਾ ਰਿਹਾ ਹੈਗਾ ਜਿਹਦੇ ਅੱਗੇ ਪੁਲਿਸ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਜਿਹੜਾ ਐਂਗਰੀ ਮੌਬ ਹੈਗਾ ਉਸ ਮੌਬ ਮੈਂਟੈਲਿਟੀ ਅੱਗੇ ਝੁਕਦੀ ਦਿਖਾਈ ਦੇ ਰਹੀ ਆ। ਉਸ ਨਾਲ ਇਹਨਾਂ ਨੇ ਹੁਣ ਜਦੋਂ ਯੂਨੀਅਨ ਹੋਮ ਮਿਨਿਸਟਰ ਨਾਲ ਮੀਟਿੰਗ ਹੋਈ ਆ, ਮਤਲਬ ਕਿ ਚੀਫ ਮਿਨਿਸਟਰ ਭਗਵੰਤ ਮਾਨ ਦੀ, ਤਾਂ ਉਹਨਾਂ ਨੇ ਇਸ ਜਦੋਂ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਅਬਾਊਟ ਲਾਅ ਐਂਡ ਆਰਡਰ ਸਿਚੁਏਸ਼ਨ, ਕਿਉਂਕਿ ਕਾਫੀ ਇੰਟੈਲੀਜੈਂਸ ਏਜੰਸੀਜ਼ ਦਾ ਇਨਪੁਟ ਜੋ ਨਿਊਜ਼ਪੇਪਰਸ ਰਾਹੀਂ ਪਬਲਿਕ ਦੇ ਸਾਹਮਣੇ ਡੋਮੇਨ 'ਚ ਆ ਰਹੀਆਂ ਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਆ ਉਹਦੇ ਵਿੱਚ ਜਿਹੜੀ ਮੌਬ ਮੈਂਟੈਲਿਟੀ ਉਹ ਭਾਰੂ ਹੋ ਰਹੀ ਆ, ਤੇ ਆਮ ਲੋਕ ਜਿਹੜੇ ਨੇ ਉਸ ਦੇ ਵਿੱਚ ਸਹਿਮ ਮਹਿਸੂਸ ਕਰ ਰਹੇ ਨੇ ਤੇ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰ ਰਹੇ ਨੇ। ਉਸ ਇੱਕ ਇੱਥੇ ਜਦੋਂ ਆਉਣ ਵਾਲੇ ਦਿਨਾਂ 'ਚ G20 ਦੀ, ਕਿਉਂਕਿ ਪ੍ਰੈਜ਼ੀਡੈਂਸੀ ਇਸ ਟਾਈਮ ਤੇ ਇੰਡੀਆ ਦੇ ਕੋਲੇ ਆ, ਇੰਡੀਆ ਮੇਜ਼ਬਾਨ ਆ ਉਸਦਾ, ਉਹ ਇੱਕ ਬੜੀ ਸਟਰੋਂਗ ਲੀਡਰਸ਼ਿਪ ਹੈਗੀ ਵਰਲਡ ਦੇ ਵਿੱਚ। ਉਹਨਾਂ ਦੀ ਜਿਹੜੀ ਅਹਿਮ ਮੀਟਿੰਗ ਹੋ ਰਹੀ ਆ ਅੰਮ੍ਰਿਤਸਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ, ਉਸ ਦੇ ਵੀ ਸਿਕਿਉਰਿਟੀ ਕੰਸਰਨਸ ਨੂੰ ਰੱਖ ਕੇ ਮੱਦੇ ਨਜ਼ਰ, ਤੇ ਜਿਸ ਤਰ੍ਹਾਂ ਮੌਬ ਮੈਂਟੈਲਿਟੀ ਹਾਵੀ ਹੋ ਰਹੀ ਆ ਪੰਜਾਬ 'ਚ, ਉਸ ਕਰਕੇ ਜਿਹੜੀ ਯੂਨੀਅਨ ਗਵਰਨਮੈਂਟ ਹੈਗੀ ਆ ਉਹਨਾਂ ਨੇ 18 ਜਾਂ ਕਈ ਪੇਪਰਸ ਦੇ ਵਿੱਚ ਇਹ ਵੀ ਆਇਆ ਕਿ 50 ਜਿਹੜੀਆਂ ਨੇ ਮਤਲਬ ਕਿ ਸੈਂਟਰਲ ਸਿਕਿਉਰਿਟੀ ਫੋਰਸਿਸ ਦੀਆਂ ਬਟਾਲੀਅਨਸ ਪੰਜਾਬ ਨੂੰ ਉਪਲਬਧ ਕੀਤੀਆਂ ਨੇ, ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਉਹਨਾਂ ਨੂੰ 2 ਵੀਕਸ ਦਾ ਦਿੱਤੀ ਹੈਗੀ ਆ ਕਿ ਇਹਨਾਂ ਦੀ ਡਿਊਰੇਸ਼ਨ ਰਹੂਗੀ। ਉਸ ਤੋਂ ਬਾਅਦ ਇਹ ਇੱਥੇ ਪਰਮਾਨੈਂਟਲੀ ਸਟੇ ਕਰਦੀਆਂ ਨੇ ਜਾਂ 2 ਵੀਕਸ ਤੋਂ ਬਾਅਦ ਇਹਨਾਂ ਨੂੰ ਵਿਦਡਰਾ ਕਰ ਲਿਆ ਜਾਊਗਾ। ਇਹ ਤਾਂ ਸਮੇਂ ਤੋਂ ਪਤਾ ਲੱਗੂਗਾ। ਪਰ ਇਹਦੇ ਨਾਲ ਜਿਹੜੀ ਇੱਥੇ ਸਾਈਕੋਸਿਸ ਬਣਿਆ ਹੋਇਆ ਡਰ ਦਾ,
ਉਹਦੇ ਵਿੱਚ ਇਹ ਕਿਸ ਤਰ੍ਹਾਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਦੀ ਜਿਹੜੀ ਨਫਰੀ ਵਧਾ ਕੇ ਕਿ ਇਹ ਜਿਹੜੀ ਭੀੜ ਮੈਂਟੈਲਿਟੀ ਦਾ ਐਟੀਟਿਊਡ ਆ ਪੰਜਾਬ 'ਚ, ਤੇ ਉਹਦੇ ਨਾਲ ਜਿਹੜਾ ਆਮ ਨਾਗਰਿਕ ਤੇ ਅਸਰ ਹੋ ਰਿਹਾ, ਕਿ ਉਹਦੇ ਵਿੱਚ ਕੋਈ ਸੈਂਸ ਆਫ ਸਿਕਿਉਰਿਟੀ ਕ੍ਰੀਏਟ ਕਰ ਸਕੂਗੀ ਜਾਂ ਨਹੀਂ। ਕਿਉਂਕਿ ਉਹਦੇ 'ਚ ਇਹ ਵੀ ਕਿਹਾ ਗਿਆ ਕਿ ਇੱਕ ਤਾਂ ਮੇਜਰ ਈਵੈਂਟ ਹੋਣੀ ਆ ਹੋਲਾ ਮਹੱਲਾ, ਇੱਕ ਜਿਹੜੀ ਮੇਜਰ ਈਵੈਂਟ ਹੈਗੀ ਉਹ G20 ਦੀ ਜਿਹੜੀ ਲੀਡਰਸ ਆ ਰਹੇ ਆ ਫਰੋਮ 20 ਕੰਟਰੀਜ਼, ਉਹਨਾਂ ਦੀ ਅੰਮ੍ਰਿਤਸਰ ਜਿਹੜੀ ਮੀਟਿੰਗ ਹੋਣੀ ਆ, ਉਹਨਾਂ ਨੇ ਉੱਥੇ ਸਟੇ ਕਰਨਾ ਹੈਗਾ। ਕਿਉਂਕਿ ਇਸ ਬਾਰੇ ਕੁਝ ਫੇਕ ਥ੍ਰੈਟਸ ਉਹ US ਬੇਸਡ ਕਿਸੇ ਸਿੱਖ ਸੰਸਥਾ ਵੱਲੋਂ ਵੀ ਆ ਰਹੀਆਂ ਨੇ, ਕਿ ਜਿਹੜੇ ਆਪਣੇ ਆਪ ਦੇ ਵਿੱਚ ਸਿੱਖ ਕੌਮ ਦੇ ਸਵੈ ਰੱਖਿਅਕ ਬਣੇ ਹੋਏ ਆ, ਤੇ ਜਿਨ੍ਹਾਂ ਦਾ ਸ਼ੌਂਕ ਆ ਕਿ ਕੰਧਾਂ ਕਾਲੀਆਂ ਕਰਨੀਆਂ ਜਾਂ ਇਸ ਤਰ੍ਹਾਂ ਦੇ ਵਰਤਾਰੇ ਸਾਹਮਣੇ ਲਿਆਉਣੇ, ਜਿਹਦੇ ਨਾਲ ਕਿ ਇੱਕ ਜਿਹੜੇ ਸਿੱਖ ਕੌਮ ਦੇ ਸੀਰੀਅਸ ਇਸ਼ੂਜ਼ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇੱਕ ਹੌਲੀ ਬਨਾਲਟੀ ਵਾਂਗੂ ਸਰ ਤੁਸੀਂ ਦਰਸ਼ਕਾਂ ਲਈ ਕੁਝ ਹੋਰ ਚੀਜ਼ ਤੁਸੀਂ ਅੰਤ ਦੇ ਵਿੱਚ ਕਹਿਣਾ ਚਾਹੋਗੇ ਸਰ? ਜਿਹੜਾ ਨਾ ਪੰਜਾਬ ਦੇ ਵਿੱਚ ਫੈਜ਼ ਅਹਿਮਦ ਫੈਜ਼ ਨੇ ਆਪਣੀ 2 ਲਿਖੀਆਂ ਸੀਗੀਆਂ ਲਾਈਨਾਂ, ਜਿਹੜੀਆਂ ਕਿ ਹੁਣ ਆਪਣੇ ਮਾਹੌਲ ਤੇ ਢੁਕਦੀਆਂ ਨੇ ਕਿ ਕਿਸ ਤਰ੍ਹਾਂ ਦੀ ਮਾਨਸਿਕਤਾ ਹੈਗੀ ਪੰਜਾਬ 'ਚ। बेदम हुए बीमार, बेदम हुए बीमार, दवा क्यों नहीं देते? तुम अच्छे मसीहा हो, शिफा क्यों नहीं देते? मिट जाएगी मखलूक, मिट जाएगी मखलूक तो इंसाफ करोगे, मुनसिफ हो तो अब हशर अठा क्यों नहीं देते? इत्थे इस तरह की ਜਿਹੜਾ ਨਾ ਤਸੱਵਰ ਜਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਆ ਕਿ ਜਿਹੜੀ ਬਿਮਾਰ ਹੋ ਚੁੱਕੀ ਮਾਨਸਿਕਤਾ, ਇੱਕ ਭੀੜ ਤੰਤਰ ਦਾ ਪ੍ਰਭਾਵ ਆ, ਉਹਦੇ ਅੱਗੇ ਕੀ ਜਿਹੜੀ ਗਵਰਨੈਂਸ ਆ ਉਹ ਵਾਕਈ ਘਬਰਾਈ ਹੋਈ ਆ, ਜਾਂ ਇਸ ਤਰ੍ਹਾਂ ਉਹਨਾਂ ਵੱਲੋਂ ਕਿਸੇ ਕੋਈ ਹੋਰ ਉਹਨਾਂ ਦੇ ਆਪਣੇ ਜਾਤੀ ਮਫਾਦਾਂ ਕਰਕੇ ਉਹ ਉਸ ਤਰ੍ਹਾਂ ਦਾ ਵਰਤਾਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਰਿਹਾ। ਮੈਂ ਇੱਕ ਈਵੈਂਟ ਤੁਹਾਨੂੰ ਦੱਸਦਾ ਬਿਹਾਰ ਦੀ, ਉੱਥੇ ਗਿਆ ਡਿਸਟ੍ਰਿਕਟ ਹੈਗਾ, ਉੱਥੇ 31 ਸਾਲ ਪਹਿਲੇ ਜਿਹੜੇ ਲੋਅਰ ਕਾਸਟ ਦੇ ਭੂਮੀਆਰ ਸੀਗੇ ਉਹਨਾਂ ਦੇ 35 ਬੰਦਿਆਂ ਦਾ ਮੈਸੈਕਰ ਕੀਤਾ ਗਿਆ ਸੀ ਵੱਡੀਆਂ ਜਾਤਾਂ ਵੱਲੋਂ। ਉਹ ਲੈਡ ਕੀਤਾ ਗਿਆ ਸੀ CPI ਮਾਓਇਸਟ ਗਰੁੱਪ ਵੱਲੋਂ। ਉਹਨਾਂ ਨੂੰ 31 ਸਾਲ ਹੋ ਗਏ ਇਨਸਾਫ ਲਈ ਲੜਦਿਆਂ। ਹੁਣ ਜਾ ਕੇ ਉਹਦੇ ਵਿੱਚ 100 ਬੰਦੇ ਨਾਮਜ਼ਦ ਹੋਏ ਸੀਗੇ ਉਸ ਮੈਸੈਕਰ 'ਚ। ਹੁਣ ਜਾ ਕੇ ਕਿਸ ਕੋਰਟ ਦਾ ਨਿਰਣਾ ਆਇਆ, ਛੋਟੀ ਕੋਰਟ ਦਾ, ਹਜੇ ਤਾਂ ਸੈਸ਼ਨ ਕੋਰਟਸ ਦਾ ਆਇਆ, ਉਹਦੇ ਵਿੱਚ ਜਿਹੜਾ ਇੱਕ ਬੰਦੇ 13 ਬੰਦੇ ਕਿ ਕਿੰਨਿਆਂ ਨੂੰ ਲਾਈਫ ਟਰਮ ਹੋਈ ਆ, ਕੁਛ ਨੂੰ ਕੈਪੀਟਲ ਪਨਿਸ਼ਮੈਂਟ ਹੋਈ ਆ। ਇੱਥੇ ਇਹ ਮੈਂ ਤਾਂ ਦੱਸ ਰਿਹਾ ਕਿ ਇੱਥੇ ਇਨਸਾਫ ਜਿਹੜਾ ਹੈਗਾ ਇੰਡੀਆ ਦੇ ਵਿੱਚ, ਤਾਂ ਹੀ ਚੀਫ ਜਸਟਿਸ ਆਫ ਇੰਡੀਆ ਕਹਿ ਰਿਹਾ ਕਿ ਸੱਚਾਈ ਤੇ ਇਨਸਾਫ ਇੱਥੇ ਕੈਜ਼ੁਅਲਟੀ ਬਣ ਰਿਹਾ ਇੰਡੀਅਨ ਸਿਸਟਮ ਆਫ ਗਵਰਨੈਂਸ ਦੇ ਵਿੱਚ। ਥੈਂਕ ਯੂ। ਥੈਂਕ ਯੂ ਸਰ, ਇਹ ਗੱਲਾਂ ਇਹ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਸਰ।